ਇਹ ਬਿੱਲ ਕੀ ਨੇ, ਇਹਨਾਂ ਦੇ ਨਾਲ ਕਿਸਾਨਾਂ ਨੂੰ ਕੀ ਨੁਕਸਾਨ ਹੋਏਗਾ। ਜਿਹੜੀ ਖੇਤੀਬਾੜੀ ਆ ਤੇ ਖੇਤੀ ਵਸਤੂ ਹੈ ਉਹਦੀ ਪੈਦਾਵਾਰ ਤੇ ਉਹਦਾ ਵਪਾਰ, ਉਹਦੇ ਤੇ ਕਾਬਜ਼ ਹੋਣ ਦਾ ਪ੍ਰੋਸੈਸ ਹੈ। ਇਹ ਕੰਪਨੀਆਂ ਨੇ ਜ਼ਮੀਨਾਂ ਬਕਾਉਣੀਆਂ ਤੇ ਸਾਡੇ ਕੋਲ ਇਤਿਹਾਸ ਦੇ ਵਿੱਚ ਈਸਟ ਇੰਡੀਆ ਕੰਪਨੀ ਬਹੁਤ ਵਧੀਆ ਉਦਾਹਰਨ ਹੈ। ਤੇ ਉੱਥੇ ਤਾਂ ਇਹ ਵੀ ਨਹੀਂ ਪਤਾ ਲੱਗਣਾ ਤੁਹਾਨੂੰ ਵੀ ਇਹ ਕਿੰਨਾ ਕਮਿਸ਼ਨ ਖਾਂਦੇ ਆ ਤੇ ਕਿੰਨਾ ਮੁਨਾਫਾ ਲੈਂਦੇ ਆ। ਤੁਸੀਂ ਕੰਪਨੀ ਦੇ ਖਿਲਾਫ ਜਾ ਸਕਦੇ ਹੋ ਜੇ ਕੱਲ੍ਹ ਨੂੰ ਧੱਕਾ ਹੁੰਦਾ ਕਿਸੇ ਕਿਸਾਨ ਨਾਲ। ਹਰ ਕਿਸਾਨ ਜੇ ਤੁਸੀਂ 10 ਏਕੜ 15 ਏਕੜ ਵਾਲੇ ਨੂੰ ਵੀ ਲੈ ਲਓ ਨਾ, ਵੱਡੀ ਕੰਪਨੀ ਦੇ ਸਾਹਮਣੇ ਉਹ ਕੁਝ ਵੀ ਨਹੀਂਗਾ। ਲੋਕਾਂ ਨੂੰ ਮੇਰੇ ਹਿਸਾਬ ਨਾਲ ਇੱਦਾਂ ਲੱਗਦਾ ਹੋਣਾ, ਸ਼ਹਿਰ ਵਾਲਿਆਂ ਨੂੰ, ਕਿ ਪਤਾ ਨਹੀਂ ਕਿੱਥੋਂ ਪੇਂਡੂ ਤੁਰੇ ਫਿਰਦੇ ਨੇ, ਆ ਕੇ ਤੇ ਧਰਨਾ ਲਾਇਆ, ਰੌਲਾ ਰੱਪਾ ਪਾਈ ਜਾਂਦੇ ਨੇ। ਸ਼ਹਿਰੀਆਂ ਨੂੰ ਵੀ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜੇਕਰ ਕਿਸਾਨੀ ਦਾ ਨੁਕਸਾਨ ਹੁੰਦਾ ਤਾਂ ਸ਼ਹਿਰੀਆਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਹੋਣਾ ਉਹ ਕਿੱਦਾਂ ਹੋਏਗਾ। ਜੇ ਕਿਸਾਨੀ ਖਤਮ ਹੁੰਦੀ ਆ ਉਹਦੇ ਨਾਲ ਖੇਤ ਮਜ਼ਦੂਰ ਵੀ ਖਤਮ ਹੁੰਦਾ, ਉਹਦੇ ਨਾਲ ਕਾਰੀਗਰ ਵੀ ਖਤਮ ਹੁੰਦਾ, ਉਹਦੇ ਨਾਲ ਆੜਤੀਆ ਵੀ ਖਤਮ ਹੁੰਦਾ, ਉਹਦੇ ਨਾਲ ਛੋਟਾ ਛੋਟਾ ਦੁਕਾਨਦਾਰ ਵੀ ਖਤਮ ਹੁੰਦਾ। ਸਤਿ ਸ਼੍ਰੀ ਅਕਾਲ। ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਿੰਦਰ ਸਿੰਘ। ਦੇਸ਼ ਭਰ ਦੇ ਵਿੱਚ ਖੇਤੀ ਆਰਡੀਨੈਂਸ ਨੂੰ ਲੈ ਕੇ ਰੌਲਾ ਰੱਪਾ ਪਿਆ ਹੋਇਆ। ਸੜਕ ਤੋਂ ਲੈ ਕੇ ਸੰਸਦ ਤੱਕ ਸਰਕਾਰ ਨੂੰ ਘੇਰਿਆ ਜਾ ਰਿਹਾ, ਪਰ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬਿੱਲ ਪਾਸ ਹੋ ਚੁੱਕੇ ਨੇ। ਖੇਤੀ ਆਰਡੀਨੈਂਸ ਦੇ 3 ਬਿੱਲ ਨੇ। ਅਸੀਂ ਤਿੰਨਾਂ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਮੇਰੇ ਨਾਲ ਉੱਘੇ ਅਰਥ ਸ਼ਾਸਤਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਬਲਵਿੰਦਰ ਸਿੰਘ ਟਵਾਣਾ ਮੌਜੂਦ ਨੇ। ਅਸੀਂ ਉਹਨਾਂ ਤੋਂ ਜਾਣਾਂਗੇ ਕਿ ਇਹ ਬਿੱਲ ਕੀ ਨੇ, ਇਹਨਾਂ ਦੇ ਨਾਲ ਕਿਸਾਨਾਂ ਨੂੰ ਕੀ ਨੁਕਸਾਨ ਹੋਏਗਾ, ਕਿਉਂਕਿ ਹੁਣ ਤੱਕ ਜਿਹਦੇ ਨਾਲ ਵੀ ਗੱਲਬਾਤ ਕੀਤੀ ਹੈ ਉਹ ਇਹੀ ਗੱਲ ਕਹਿੰਦੇ ਨੇ ਕਿ ਇਹ ਬਿੱਲ ਜਿਹੜੇ ਨੇ ਨੁਕਸਾਨ ਕਰਦੇ ਨੇ ਕਿਸਾਨਾਂ ਨੂੰ। ਇਹਦੇ ਨਾਲ ਅੱਜ ਤਾਂ ਨਹੀਂ ਪਰ ਅਗਲੇ ਕੁਝ ਸਾਲਾਂ ਦੇ ਵਿੱਚ ਜਿਹੜਾ ਉਹ ਇਹਦਾ ਖਾਮਿਆਜ਼ਾ ਜਿਹੜਾ ਭੁਗਤਣਾ ਪਏਗਾ। ਕਿਵੇਂ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਕਿਸਾਨੀ ਦਾ ਜਿਹੜਾ ਲੋਕ ਮਾਰੂ ਨੀਤੀਆਂ ਜਿਹੜੀਆਂ ਸਰਕਾਰ ਵੱਲੋਂ ਘੜੀਆਂ ਜਾ ਰਹੀਆਂ ਨੇ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚੋਂ ਵਾਗਡੋਰ ਜਿਹੜੀ ਹੈ ਉਹਨਾਂ ਦੇ ਹੱਥਾਂ ਵਿੱਚ ਹੈ। ਨੁਕਸਾਨ ਕਿਹੜੇ ਕਿਹੜੇ ਨੇ ਟਵਾਣਾ ਸਾਹਿਬ? ਜਿਵੇਂ ਮੈਂ ਦੱਸਿਆ ਕਿ 3 ਬਿੱਲ ਨੇ, ਕਿਹੜੇ ਕਿਹੜੇ ਉਹ ਬਿੱਲ ਨੇ? ਜੇ ਆਮ ਬੰਦੇ ਨੂੰ ਸਮਝਣਾ ਹੋਵੇ ਤਾਂ ਜੇ ਉਹਨਾਂ ਦੇ ਅੰਗਰੇਜ਼ੀ 'ਚ ਨਾਂ ਲਓ ਬੜੇ ਔਖੇ ਅਤੇ ਲੰਮੇ ਹੈ। ਮੈਂ ਉਹ 'ਚ ਇੰਨਾ ਕਿ ਸਿੰਪਲ ਸ਼ਬਦਾਂ 'ਚ ਕਹਿਣਾ ਕਿ ਇੱਕ ਬਿੱਲ ਜਿਹੜਾ ਉਹ ਜ਼ਰੂਰੀ ਵਸਤੂਆਂ ਨਾਲ ਸੰਬੰਧਿਤ ਹੈ। ਉਹ 1955 ਦਾ ਉਹਦੇ ਸੋਧ ਕੀਤੀ ਗਈ ਹੈ। ਉਹ ਆਲਰੇਡੀ ਬਿੱਲ ਐਕਟ ਸੀਗਾ, ਉਹ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਹੈ। ਦੂਜਾ ਜਿਹੜਾ ਇੱਕ ਆਰਡੀਨੈਂਸ ਆਇਆ ਅਤੇ ਹੁਣ ਉਹ ਬਿੱਲ ਦੇ ਤੌਰ 'ਤੇ ਪਾਸ ਹੋ ਗਿਆ, ਐਕਟ ਬਣਨ ਜਾ ਰਿਹਾ, ਉਹ ਹੈਗਾ ਕਿ ਕਿਸਾਨਾਂ ਵੱਲੋਂ ਪੈਦਾਵਾਰ ਦੇ ਸੰਬੰਧ 'ਚ, ਜਿਹਨੂੰ ਫਿਰ ਪੈਦਾਵਾਰ ਅਤੇ ਸਸ਼ਕਤੀਕਰਨ ਦਾ ਨਾਂ ਦਿੱਤਾ ਜਾ ਰਿਹਾ। ਅਤੇ ਤੀਜਾ ਬਿੱਲ ਹੈਗਾ ਕਿ ਜਿਹੜੀ ਪੈਦਾਵਾਰ ਹੋਣੀ ਹੈ ਉਹਨੂੰ ਫਿਰ ਵੇਚਣ ਦੇ ਸੰਬੰਧ 'ਚ ਹੈ ਕਿ ਉਹ ਕਿਵੇਂ ਵਿਕੇਗਾ, ਕੌਣ ਖਰੀਦ ਸਕਦਾ, ਕਿਸ ਤਰ੍ਹਾਂ ਖਰੀਦ ਸਕਦਾ। ਇਹ ਬਿੱਲ ਹੈ। ਇਹ ਤਿੰਨੋਂ ਹੀ ਬਿੱਲ ਇੱਕੋ ਹੀ ਕੜੀ ਦਾ ਹਿੱਸਾ ਨੇ। ਜੇ ਉਹਨਾਂ 'ਚੋਂ ਇੱਕ ਬਿੱਲ ਮਿਸ ਕਰ ਦਿਓ ਫਿਰ ਦੂਜਾ ਪਰਪਜ਼ ਨਹੀਂ ਸੋਲਵ ਕਰਦਾ ਕਾਰਪੋਰੇਟ ਸੈਕਟਰ ਦਾ, ਕਾਰਪੋਰੇਟਾਂ ਦਾ, ਪੂੰਜੀਪਤੀਆਂ ਦਾ ਉਹ ਨਹੀਂ ਕਰਦਾ। ਕਾਰਪੋਰੇਸ਼ਨਾਂ ਵੱਡੀਆਂ MNCs ਜਿਹੜੀਆਂ ਮਲਟੀਨੇਸ਼ਨਲ ਕਾਰਪੋਰੇਸ਼ਨ ਹੈ, ਕਾਰਗਿਲ, ਮੌਨਸੈਂਟੋ, ਅਦਾਨੀ, ਅੰਬਾਨੀ, ਰਿਲਾਇੰਸ ਜਿਹੜੀ ਹੈ ਉਹਦਾ ਨਹੀਂ ਇਹ ਪਰਪਜ਼ ਹੱਲ ਨਹੀਂ ਕਰਦਾ। ਜੇ ਇੱਕ ਵੀ ਤਿੰਨਾਂ 'ਚੋਂ ਕੱਢ ਦਿਓ, ਇਸ ਲਈ ਤਿੰਨੋਂ ਹੀ ਇੱਕੋ ਦਿਨ ਆਏ 5 ਜੂਨ 2020 ਨੂੰ, ਅਤੇ ਹੁਣ ਵੀ ਉਹ ਇਕੱਠੇ ਹੀ ਪਾਸ ਕਰਾਏ ਗਏ। ਇੱਕ ਤੋਂ ਬਾਅਦ ਇੱਕ ਪਾਸ ਕਰਾਇਆ ਗਿਆ। ਇਹ ਇਸੇ ਕਰਕੇ ਕਰਾਇਆ ਗਿਆ ਕਿ ਕਾਰਪੋਰੇਟ ਸੈਕਟਰ ਦੀ ਪੂਰੀ ਜਿਹੜੀ ਮਿਲੀ ਭੁਗਤ ਨਾਲ ਸਰਕਾਰ ਜਿਹੜੀ ਆ ਉਹਨੇ ਕਰਾਇਆ। ਇਹ ਏਜੰਡਾ ਥਰੂ ਆਊਟ ਵਰਲਡ ਬੈਂਕ ਅਤੇ WTO ਦੇ ਅੰਡਰ ਚੱਲ ਰਿਹਾ। ਅਤੇ ਉਸ ਦੇ ਅੰਦਰ ਜਿਹੜੀ ਖੇਤੀਬਾੜੀ ਆ ਅਤੇ ਖੇਤੀ ਵਸਤੂ ਹੈ ਉਹਦੀ ਪੈਦਾਵਾਰ ਅਤੇ ਉਹਦਾ ਵਪਾਰ, ਉਹਦੇ 'ਤੇ ਕਾਬਜ਼ ਹੋਣ ਦਾ ਪ੍ਰੋਸੈਸ ਹੈ। ਉਹ ਪ੍ਰਕਿਰਿਆ ਕਿ ਇਹਦੇ 'ਤੇ ਕਾਬਜ਼ ਕਿਵੇਂ ਹੋਇਆ ਜਾਵੇ। ਉਹ ਇਸ ਕਰਕੇ ਹੈ ਕਿ ਤੁਸੀਂ ਜੇ ਬਾਕੀ ਥਾਵਾਂ ਦੀ ਪੈਦਾਵਾਰ ਦੇਖੋ ਇੰਡਸਟਰੀ ਦੀ, ਉਹਦੇ ਵਿੱਚ ਮੰਗ ਘਟ ਜਾਂਦੀ ਹੈ। ਨਹੀਂ ਹੈ, ਤੁਸੀਂ ਫ਼ੋਨ ਨਹੀਂ ਖਰੀਦੋਗੇ, ਤੁਸੀਂ ਕਾਰ ਨਹੀਂ ਖਰੀਦੋਗੇ, ਤੁਸੀਂ ਮੋਟਰਸਾਈਕਲ ਨਹੀਂ ਖਰੀਦੋਗੇ। ਖੇਤੀਬਾੜੀ ਵਸਤੂ ਇੱਕ ਐਸੀ ਚੀਜ਼ ਹੈ ਕਿ ਜਿਹਨੂੰ ਖਾਧੇ ਤੋਂ ਬਿਨਾਂ ਬੰਦਾ ਜਿਉਂਦਾ ਨਹੀਂ ਰਹਿ ਸਕਦਾ। ਅਤੇ ਜੇ ਤੁਸੀਂ ਉਹਦੇ 'ਤੇ ਕਾਬਜ਼ ਹੋ ਜਾਓ, ਜੇ ਉਹਦੇ ਭੰਡਾਰ ਇਕੱਠੇ ਕਰ ਲਓ, ਫਿਰ ਉਹਦੇ 'ਚ ਵੱਡਾ ਮੁਨਾਫਾ ਕਮਾਇਆ ਜਾ ਸਕਦਾ। ਅਤੇ ਉਹ ਵੱਡਾ ਮੁਨਾਫਾ ਜਿਹੜਾ ਕਮਾਇਆ ਜਾ ਸਕਦਾ ਉਹਦੇ ਲਈ ਫਿਰ ਕਾਰਪੋਰੇਟ ਜਿਹੜੇ ਘਰਾਣੇ ਹੈ ਅਤੇ MNCs ਹੈ ਉਹ ਖੇਤੀਬਾੜੀ 'ਤੇ ਕਾਬਜ਼ ਹੋਣਾ ਚਾਹੁੰਦੇ ਆ। ਇਹ ਜਿਹੜੇ ਤਿੰਨੋਂ ਹੀ ਐਕਟ ਹੈ ਇਹ ਰਾਹ ਪੱਧਰਾ ਕਰਦੇ ਆ ਕਾਰਪੋਰੇਟ ਦਾ ਖੇਤੀਬਾੜੀ 'ਚ ਵੜਨ ਲਈ। ਬੜੀ ਦੇਰ ਤੋਂ ਕੋਸ਼ਿਸ਼ ਹੋ ਰਹੀ ਹੈ
ਪਹਿਲਾਂ ਕੋਸ਼ਿਸ਼ ਹੋਈ ਵੀ ਕੰਟਰੈਕਟ ਫਾਰਮਿੰਗ ਰਾਹੀਂ ਕਰ ਦਈਏ, ਪਰ ਉਹ ਮੰਡੀ ਜਾ ਕੇ ਫਸ ਜਾਂਦੀ ਸੀਗੀ। ਉਹਦੇ 'ਚ ਫਿਰ ਸਰਕਾਰ ਕੋਈ ਗਰੰਟੀ ਦਿੰਦੀ ਸੀ, ਉਹਦੇ 'ਚ ਐਕਟ ਕਰਦੀ ਸੀਗੀ। ਹੁਣ ਜਿਹੜੇ ਐਕਟ ਆਇਆ ਇਹਦੇ 'ਚ ਸਰਕਾਰ ਪਰੇ ਹੋ ਗਈ। ਹੁਣ ਇਹ ਜਿਹੜੀ ਕੰਪਨੀਆਂ ਅਤੇ ਕਿਸਾਨਾਂ ਦੇ ਸਿੱਧਾ ਸੰਬੰਧ ਇਹਦੇ 'ਚ ਕ੍ਰੀਏਟ ਕਰਤਾ, ਅਤੇ ਸਰਕਾਰ ਇਹਦੇ 'ਚੋਂ ਇਸ ਕਰਕੇ ਬਰੀ ਹੋ ਗਈ ਕਿ ਸਰਕਾਰ ਦਾ ਇਹਦੇ 'ਚ ਕੋਈ ਰੋਲ ਹੀ ਨਹੀਂ ਹੈ। ਰੋਲ ਕਿੱਥੋਂ ਤੱਕ ਦਾ ਰਹਿ ਗਿਆ ਕਿ ਜਿਹੜੀਆਂ ਜ਼ਰੂਰੀ ਵਸਤੂਆਂ ਨੇ ਉਹ ਤਾਂ ਇਹ ਹੁਣ ਅਧਿਕਾਰ ਦੇਤਾ ਕਿ ਤੁਸੀਂ ਲੱਖਾਂ ਟਨ ਚਾਹੇ ਅਨਾਜ ਇਕੱਠਾ ਕਰੋ, ਸਬਜ਼ੀਆਂ ਇਕੱਠੀਆਂ ਕਰੋ, ਜੋ ਮਰਜ਼ੀ ਕਰੋ, ਤੇ ਉਹਨੂੰ ਰੱਖੋ ਅਤੇ ਉਹਨੂੰ ਵੇਚੋ। ਅਤੇ ਸਰਕਾਰ ਤੁਹਾਨੂੰ ਨਹੀਂ, ਤੁਸੀਂ ਜਾਣਦੇ ਹੋਵੋਗੇ ਕਿ ਜਦੋਂ ਪਿਛਲੀ ਵਾਰੀ ਪਿਆਜ਼ ਦੀ ਕੀਮਤ ਵਧੀ 120 ਰੁਪਏ ਕਿਲੋ ਤੱਕ ਵੀ ਗਈ, ਉਦੋਂ ਜ਼ਖੀਰੇਬਾਜ਼ਾਂ ਦੇ ਉੱਤੇ ਛਾਪੇ ਮਾਰੇ ਗਏ। ਫਿਰ ਸਰਕਾਰ ਨੇ ਕਿਹਾ ਵੀ ਇਹ ਕੱਢੇ ਗਏ ਅਤੇ ਉਹਦੀ ਕੀਮਤ ਕੰਟਰੋਲ ਕਰਨ ਲਈ ਕੋਸ਼ਿਸ਼ ਕੀਤੀ ਗਈ ਸਰਕਾਰ ਵੱਲੋਂ, ਕਿਉਂਕਿ ਅਸੈਂਸ਼ੀਅਲ ਕਮੋਡਿਟੀਜ਼ ਜ਼ਰੂਰੀ ਵਸਤੂਆਂ ਵਾਲਾ ਜਿਹੜਾ ਕਾਨੂੰਨ ਹੈ ਉਹ ਅਧਿਕਾਰ ਦਿੰਦਾ ਸੀਗਾ। ਹੁਣ ਫਿਰ ਪਿਆਜ਼ਾਂ ਦੀ ਕੀਮਤ ਵਧਣੀ ਸ਼ੁਰੂ ਹੋਈ, 60 ਰੁਪਏ ਨੂੰ ਪਹੁੰਚ ਗਈ ਹੈ, ਅਤੇ 2 ਦਿਨ ਪਹਿਲਾਂ ਸਰਕਾਰ ਨੇ ਉਹਦਾ ਐਕਸਪੋਰਟ ਬੰਦ ਕਰਤਾ। ਪਰ ਇਹ ਐਕਟ ਅਮੈਂਡਮੈਂਟ ਹੋਣ ਤੋਂ ਬਾਅਦ ਹੁਣ ਇਹ ਹੋਊਗਾ ਕਿ ਤੁਸੀਂ ਕਿਸੇ ਦੇ ਛਾਪਾ ਨਹੀਂ ਮਾਰ ਸਕਦੇ, ਹੁਣ ਤੁਸੀਂ ਉਹਦਾ ਕੰਟਰੋਲ ਨਹੀਂ ਕਰ ਸਕਦੇ, ਤੁਸੀਂ ਉਹਨੂੰ ਅਧਿਕਾਰ ਦਿੱਤਾ। ਜਿਵੇਂ ਕਿ ਬਾਕੀ ਵਸਤੂਆਂ ਦਾ ਜ਼ਖੀਰੇਬਾਜ਼ੀ ਕਰੋ ਅਤੇ ਫਿਰ ਆਰਟੀਫਿਸ਼ਲੀ ਰੇਟ ਵਧਾਓ, ਫਿਰ ਜਿਹੜੇ ਕਿਸਾਨਾਂ ਨੂੰ ਵੀ ਲੁੱਟੋ ਕਿਉਂਕਿ ਉੱਥੋਂ ਸਸਤਾ ਖਰੀਦੋ, ਅਤੇ ਫਿਰ ਮਹਿੰਗਾ ਜਿਹੜੇ ਕੰਜ਼ਿਊਮ ਕਰਨ ਵਾਲੇ ਖਪਤਕਾਰ ਹੈ ਉਹਨਾਂ ਨੂੰ ਵੀ ਲੁੱਟੋ। ਅਤੇ ਦੂਜੀ ਜਿਹੜੀ ਪ੍ਰੋਡਕਸ਼ਨ ਵਾਲਾ ਜਿਹੜਾ ਐਕਟ ਬਣਨ ਜਾ ਰਿਹਾ, ਉਹਦੇ 'ਚ ਇਹ ਕਿਹਾ ਜਾ ਰਿਹਾ ਵੀ ਜਿਹੜੀਆਂ ਕੰਪਨੀਆਂ ਆਉਣਗੀਆਂ ਉਹ ਕੰਪਨੀਆਂ ਜਾਂ ਉਹਨੂੰ ਸਪੋਂਸਰਰ ਦਾ ਨਾਂ ਦੇ ਲਿਆ ਕਿ ਬੰਦਾ ਜਿਹੜਾ ਤੁਹਾਡੀ ਪ੍ਰੋਡਕਸ਼ਨ ਸਪੋਂਸਰ ਕਰੇਗਾ, ਉਹਦੇ 'ਚ ਕੰਪਨੀ ਤੁਹਾਡੇ ਨਾਲ ਐਗਰੀਮੈਂਟ ਕਰੇਗੀ ਕਿ ਤੁਸੀਂ ਕੀ ਬੀਜਣਾ, ਕਿਸ ਤਰ੍ਹਾਂ ਦਾ ਬੀਜਣਾ, ਫਿਰ ਉਹ ਕਿਵੇਂ ਦਾ ਪੈਦਾ ਕਰਨਾ, ਕਿਹੜੀ ਕੁਆਲਿਟੀ ਦਾ ਪੈਦਾ ਕਰਨਾ, ਕੁਆਲਿਟੀ ਦਾ ਵੀ ਉਹਦੇ ਵਿੱਚ ਜ਼ਿਕਰ ਹੋਊਗਾ। ਅਤੇ ਉਹਦੇ ਨਾਲ ਫਿਰ ਅੱਗੇ ਇਹ ਹੋ ਗਿਆ ਕਿ ਉਹ ਤੁਹਾਨੂੰ ਪੈਸੇ ਵੀ ਦੇਣਗੇ ਕਰਜ਼ੇ ਦੇ ਰੂਪ 'ਚ, ਉਹ ਤੁਹਾਨੂੰ ਮਸ਼ੀਨਰੀ ਵੀ ਪ੍ਰੋਵਾਈਡ ਕਰਨਗੇ, ਉਹ ਸਾਰਾ ਕੁਛ ਕਰਨਗੇ। ਇਹਦਾ ਮਤਲਬ ਹੋ ਗਿਆ ਕਿ ਤੁਸੀਂ ਜਿਹੜਾ ਕਿਸਾਨ ਕਰਜ਼ੇ ਥੱਲੇ ਹੈ, ਕਰਜ਼ੇ ਕਰਕੇ ਖੁਦਕੁਸ਼ੀ ਵੀ ਕਰਦਾ, ਕਰਜ਼ੇ ਕਰਕੇ ਜ਼ਮੀਨ ਵੀ ਵੇਚਦਾ, ਜ਼ਮੀਨ ਵੇਚ ਕੇ ਉਹ ਬਾਹਰ ਵੀ ਹੁੰਦਾ। ਪਿੱਛੇ ਇਹ ਵੀ ਦੇਖਿਆ ਗਿਆ ਕਿ ਬਹੁਤ ਸਾਰੀਆਂ ਜਿਵੇਂ ਭਾਰਤੀ ਕਿਸਾਨ ਯੂਨੀਅਨ ਜਾਂ ਬਾਕੀ ਦੀਆਂ ਕਿਸਾਨ ਯੂਨੀਅਨ, ਉਹਨਾਂ ਨੇ ਕਿਸਾਨਾਂ ਦੀ ਜ਼ਮੀਨ ਆੜ੍ਹਤੀਆਂ ਤੋਂ ਬਚਾਈ ਵੀ, ਜਦੋਂ ਕਿ ਉਹ ਨਹੀਂ ਕਰਜ਼ਾ ਮੋੜ ਸਕੇ, ਫਿਰ ਉਹਨਾਂ ਦੀ ਜ਼ਮੀਨ ਥਰੂ ਕੋਰਟ ਖਰੀਦਣ ਦੀ ਕੋਸ਼ਿਸ਼ ਹੋਈ। ਜੇ ਕੰਪਨੀ ਦਾ ਕੋਈ ਕਿਸਾਨ ਕਰਜ਼ਦਾਰ ਹੋ ਜਾਊਗਾ ਔਰ ਪੱਕਾ ਹੋਊਗਾ, ਕਿਉਂਕਿ ਇਸ ਤਰ੍ਹਾਂ ਦੀ ਵਿਵਸਥਾ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਜਦੋਂ ਉਹ ਪੂਰਾ ਕਰਜ਼ ਥੱਲੇ ਹੋ ਗਿਆ ਫਿਰ ਉਹਦੇ ਕੋਲ ਕੋਈ ਰਸਤਾ ਨਹੀਂ ਰਹਿਣਾ ਕਿ ਜਾਂ ਤਾਂ ਉਹ ਪੱਕਾ ਹੀ ਕੰਪਨੀ ਦੇ ਨਾਲ ਜਿਵੇਂ ਬੰਧੂਆ ਮਜ਼ਦੂਰੀ ਦੀ ਤੌਰ 'ਤੇ ਮਜ਼ਦੂਰੀ ਕਰੇ ਕਿ ਠੀਕ ਹੈ ਕੰਪਨੀ ਪੈਸੇ ਦੇਈ ਜਾਂਦੀ ਆ, ਮੈਂ ਇੱਥੇ ਐਜ਼ ਏ ਵਰਕਰ ਆਪਣੀ ਜ਼ਮੀਨ 'ਤੇ ਕੰਮ ਕਰੀ ਜਾਵਾਂ, ਉਹ ਹੋਊਗਾ। ਸੈਕਿੰਡ ਹੋਊਗਾ ਜੇ ਅੱਗੇ ਲੰਘ ਗਿਆ ਫਿਰ ਜ਼ਮੀਨ ਵੇਚਣ ਤੋਂ ਬਿਨਾਂ ਕੋਈ ਰਸਤਾ ਨਹੀਂ ਹੈ। ਅਤੇ ਇਹ ਕੰਪਨੀਆਂ ਨੇ ਜ਼ਮੀਨਾਂ ਬਕਾਉਣੀਆਂ, ਅਤੇ ਸਾਡੇ ਕੋਲ ਇਤਿਹਾਸ ਦੇ ਵਿੱਚ ਈਸਟ ਇੰਡੀਆ ਕੰਪਨੀ ਬਹੁਤ ਵਧੀਆ ਉਦਾਹਰਨ ਹੈ। ਉਹ ਚਾਹੇ ਇੰਡੀਗੋ ਦੀ ਖੇਤੀ ਦੀ ਗੱਲ ਕਰ ਲਓ, ਚਾਹੇ ਕਪਾਹ ਦੀ ਖੇਤੀ ਦੀ ਗੱਲ ਕਰ ਲਓ, ਉਹਨਾਂ ਨੇ ਤਾਂ ਧੱਕੇ ਨਾਲ ਖੇਤੀ ਕਰਵਾਈ। ਇਸ ਲਈ ਇਹ ਇੱਕ ਟੇਢਾ ਤਰੀਕਾ ਕਿ ਤੁਸੀਂ ਕੰਪਨੀ ਨੂੰ ਖੇਤੀਬਾੜੀ 'ਚ ਪ੍ਰੋਡਕਸ਼ਨ ਦੇ ਰੂਪ 'ਚ ਵਾੜਤਾ, ਜਿਹੜਾ ਹੁਣ ਤੱਕ ਨਹੀਂ ਸੀਗਾ। ਕੰਟਰੈਕਟ ਫਾਰਮਿੰਗ ਵੀ ਇੱਕ ਤਰੀਕਾ ਸੀਗਾ ਲੇਕਿਨ ਉਹ ਨਹੀਂ ਕਾਮਯਾਬ ਹੋਇਆ। ਹੁਣ ਇਹਨਾਂ ਨੇ ਸਿੱਧਾ ਉਹਨੂੰ ਇੱਕ ਰਸਤਾ ਬਣਾਤਾ ਕਿ ਉੱਥੇ ਵੜ ਜੇ ਅਤੇ ਉਹ ਫਿਰ ਜ਼ਮੀਨ ਦੇ ਉੱਤੇ ਕਾਬਜ਼ ਕਰ ਲਏ। ਇਹ ਇੱਕ ਪ੍ਰਯੋਜਨ ਚੱਲਿਆ ਆ ਰਿਹਾ ਅਤੇ ਅੱਜ ਦਾ ਨਹੀਂ ਗਾ, ਪਿਛਲੇ ਸਮੇਂ ਦਾ। ਜੇ ਆਪਾਂ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ, ਪਿਛਲੀਆਂ ਸਰਕਾਰਾਂ ਵੇਲੇ ਵੀ ਕੋਈ ਇਹੋ ਜਿਹਾ ਕਿਸਾਨਾਂ ਦੇ ਖਿਲਾਫ ਕੋਈ ਫੈਸਲਾ ਲਿਆ ਗਿਆ ਜਿਹੜਾ ਅੱਜ ਨਿਕਲ ਕੇ ਸਾਹਮਣੇ ਆ ਰਿਹਾ? ਕਿਉਂਕਿ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਨੇ। ਹਾਂ, ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ, ਪਹਿਲਾਂ ਵੀ ਮੀਟਿੰਗਾਂ ਹੋਈਆਂ, ਅਤੇ ਜਿਹੜੀ ਅੱਜ ਵੀਡੀਓ ਦਿਖਾਈ ਜਾ ਰਹੀ ਹੈ ਸੁਸ਼ਮਾ ਸਵਰਾਜ ਦੀ ਅਤੇ ਜਿਹੜੀ ਅਰੁਣ ਜੇਤਲੀ ਦੀ ਦਿਖਾਈ ਜਾ ਰਹੀ ਹੈ, ਉਸ ਵੇਲੇ ਵੀ ਐਕਟ ਲਿਆਂਦਾ ਜਾ ਰਿਹਾ ਸੀਗਾ। ਉਸ ਵੇਲੇ ਵੀ ਆੜ੍ਹਤੀਆਂ ਦੇ ਹੱਕ, ਉਹਦੇ ਆੜ੍ਹਤੀਆਂ ਦੇ ਹੱਕ 'ਚ ਬੋਲਿਆ ਗਿਆ ਪਾਰਲੀਮੈਂਟ ਦੇ ਵਿੱਚ। ਸੁਸ਼ਮਾ ਸਵਰਾਜ ਨੇ ਵੀ ਬੋਲਿਆ, ਬਾਕੀਆਂ ਨੇ ਵੀ ਬੋਲਿਆ। ਇਹ ਤੋਂ ਪਹਿਲਾਂ ਮੌਂਟੇਕ ਆਹਲੂਵਾਲੀਏ ਵੇਲੇ ਵੀ ਕੋਸ਼ਿਸ਼ਾਂ ਹੋਈਆਂ। ਉਹ ਹੁਣ ਵੀ ਕਹਿੰਦੇ ਆ ਜਿਹੜੀ ਪੰਜਾਬ ਸਰਕਾਰ ਨੇ ਕਮੇਟੀ ਬਣਾਈ ਹੈ ਉਹ ਤਾਂ ਪੂਰਾ ਨਿੱਜੀਕਰਨ ਕਹਿੰਦੀ ਅੱਜ ਵੀ। ਉਹ ਅਸ਼ੋਕ ਗਲਾਟੀ ਵਰਗੇ ਜਿਹੜੇ ਬੰਦੇ ਆ ਉਹ ਵੀ ਕਹਿੰਦੇ ਆ। ਔਰ ਬੜੀ ਖੂਬਸੂਰਤ ਗੱਲ ਹੈ ਜਿਹੜੀ ਚੱਲ ਰਹੀ ਹੈ ਡਿਵੀਜ਼ਨ, ਜਦੋਂ ਕਹਿੰਦੇ ਹਨ ਪੋਲੀਟਿਕਸ ਹੋ ਰਹੀ ਹੈ, ਅਤੇ ਪੋਲੀਟਿਕਸ ਜਿਹੜੀ ਹੈ ਇੱਕ ਪ੍ਰੋ ਪੀਪਲ ਆ, ਇੱਕ ਐਂਟੀ ਪੀਪਲ ਪੋਲੀਟਿਕਸ ਹੈ।
ਹੈ ਨਾ, ਇਹ ਬੜੀ ਸਪਸ਼ਟ ਆ। ਉਸ ਪੋਲੀਟਿਕਸ ਦੇ ਵਿੱਚ ਜਿਹੜੇ ਬੁੱਧੀਜੀਵੀ ਵੀ ਹੈ, ਬੁੱਧੀਜੀਵੀਆਂ ਨੂੰ ਤੁਸੀਂ ਬਾਹਰ ਨਹੀਂ ਕੱਢ ਸਕਦੇ। ਮੌਂਟੇ ਕਾਲੂ ਵਾਲੀਆ ਉਸ ਪੋਲੀਟਿਕਸ ਦਾ ਹਿੱਸਾ, ਉਹ ਪ੍ਰੋ ਕਾਰਪੋਰੇਟ ਹੈ। ਅਸ਼ੋਕ ਗਲਾਟੀ ਹੋਣੀ ਪ੍ਰੋ ਕਾਰਪੋਰੇਟ ਹੈ, ਸ਼ੋਅ ਕਰਦੇ ਆ। ਅਤੇ ਉਹ ਜਿਹੜਾ ਕੁਛ ਹੋ ਰਿਹਾ ਉਹ ਕਦੇ ਡਿਬੇਟ 'ਚ ਨਹੀਂ ਆਉਂਦੇ। ਤੁਸੀਂ ਕਦੇ ਮੌਂਟੇ ਕਾਲੂ ਵਾਲੀਆ ਨਾਲ ਕਿਸੇ TV ਚੈਨਲ 'ਤੇ ਕੋਈ ਡਿਬੇਟ ਸੁਣੀ ਹੈ? ਅਸ਼ੋਕ ਗਲਾਟੀ ਨਾਲ ਸੁਣੀ ਹੈ ਜਾਂ ਕਿਸੇ ਹੋਰ ਨਾਲ ਸੁਣੀ ਹੈ? ਉਹ ਡਿਬੇਟ 'ਚ ਨਹੀਂ ਆਉਂਦੇ, ਉਹ ਆਪਣਾ ਏਜੰਡਾ ਲਾਗੂ ਕਰਦੇ ਆ। ਉਹਨਾਂ ਨੂੰ ਉਹ ਸਰਕਾਰੀ ਦੁਆਰੀ ਜਗਾੜੀ, ਜਿਹੜੇ ਅਰਥ ਸ਼ਾਸਤਰੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਉਹ ਆਪਣਾ ਜਗਾੜ ਬਣਾ ਕੇ ਰੱਖਦੇ ਆ ਅਤੇ ਸਰਕਾਰਾਂ ਉਹਦੇ ਤੋਂ ਉਹ ਕੰਮ ਕਰਾਉਂਦੀਆਂ। ਪਹਿਲਾਂ ਵੀ ਹੁੰਦਾ ਰਿਹਾ ਅਤੇ ਹੁਣ ਵੀ ਹੋ ਰਿਹਾ। ਅਤੇ ਇਸ ਲਈ ਇਹ ਐਕਟ ਜਿਹੜੇ ਬਣੇ ਉਹਦੇ 'ਤੇ ਹੁਣ ਬੁੱਧੀਜੀਵੀ ਵੀ ਜਿਹੜੇ ਡਿਵਾਈਡਡ ਹੈ, ਉਹ ਬੁੱਧੀਜੀਵੀ ਆ ਜਿਹੜੇ ਐਂਟੀ ਪੀਪਲ ਪ੍ਰੋ ਕਾਰਪੋਰੇਟ ਪਾਲਿਸੀਆਂ ਦੱਸਦੇ ਰਹੇ ਹੈ ਅਤੇ ਉਹ ਸੁਜੈਸਟ ਕਰਦੇ, ਅੱਜ ਵੀ ਸੁਜੈਸਟ ਕਰ ਰਿਹਾ। ਦੂਜੇ ਪਾਸੇ ਪ੍ਰੋ ਪੀਪਲ ਬੁੱਧੀਜੀਵੀ ਵੀ ਹੈਗੇ ਆ, ਉਹ ਥਿੰਕਰ ਵੀ ਹੈਗੇ ਆ, ਫਿਲੋਸਫਰ ਵੀ ਹੈਗੇ ਆ, ਜਿਹੜੇ ਲੋਕਾਂ ਲਈ ਲੜਦੇ ਆ, ਜਿਹੜੇ ਲੋਕਾਂ ਦੀ ਗੱਲ ਕਰਦੇ ਆ। ਫਿਰ ਚਾਹੇ ਤੁਸੀਂ ਉਹਨਾਂ 'ਤੇ ਕੇਸ ਬਣਾਓ, ਫਿਰ ਚਾਹੇ ਤੁਸੀਂ ਉਹਨਾਂ ਨੂੰ ਅੰਦਰ ਕਰ ਦਿਓ, ਫਿਰ ਚਾਹੇ ਤੁਸੀਂ ਉਹਨਾਂ ਨੂੰ ਐਂਟੀ ਨੈਸ਼ਨਲ ਕਹੋ, ਇਹ ਹੈਗੇ ਆ। ਸੋ ਇਸ ਲਈ ਇਹ ਜਿਹੜਾ ਹੁਣ ਮਸਲਾ ਖੜਾ ਹੋਇਆ, ਜਿਹੜਾ ਐਡਾ ਬੜਾ ਅਟੈਕ ਕਿਸਾਨੀ 'ਤੇ ਹੋਇਆ, ਇਹ ਬਹੁਤ ਸਪਸ਼ਟ ਹੈਗਾ ਕਿ ਇਹ ਜਿਹੜੇ ਆਰਡੀਨੈਂਸ ਬਣਾ ਕੇ, ਪਹਿਲਾਂ ਤਾਂ ਆਰਡੀਨੈਂਸ ਐਮਰਜੈਂਸੀ ਕੀ ਸੀਗੀ ਕਿ ਤੁਸੀਂ ਆਰਡੀਨੈਂਸ ਲਿਆਂਦੇ ਕਿ ਫਸਲ ਵਿਕ ਨਹੀਂ ਰਹੀ ਜਾਂ ਕੁਝ ਹੋ ਨਹੀਂ ਰਿਹਾ, ਜਾਂ ਬਹੁਤ ਵੱਡਾ ਤੁਸੀਂ ਕਿਸਾਨੀ ਦਾ ਭਲਾ ਕਰਨਾ ਚਾਹੁੰਦੇ ਹੋ ਵੀ ਤੁਸੀਂ ਆਰਡੀਨੈਂਸ ਲਿਆਂਦੇ। ਮੋਦੀ ਸਾਹਿਬ ਤਾਂ ਇਹ ਗੱਲ ਕਹਿੰਦੇ ਨੇ ਕਿ ਅਸੀਂ ਵਿਚੋਲਗਿਰੀ ਤੋਂ ਮੁਕਤ ਕਰ ਦਿੱਤਾ। ਆੜਤੀਏ ਤੇ ਸਵਾਲ ਚੁੱਕਦੇ ਨੇ ਕਿ ਸਾਨੂੰ ਤੁਸੀਂ ਵਿਚੋਲਗਿਰੀ 'ਚ ਨਾ ਲਿਆਓ, ਤਾਂ ਕਹਿੰਦੇ ਫਿਰ ਇੱਦਾਂ ਤਾਂ ਸਿਆਸਤਦਾਨ ਵੀ ਵਿਚੋਲੇ ਹੋ ਗਏ ਜਿਹੜੇ ਵਿਚੋਲਗਿਰੀ ਦੀ ਭੂਮਿਕਾ ਨਿਭਾਉਂਦੇ ਨੇ। ਦੂਜਾ ਉਹ ਗੱਲ ਕਹਿੰਦੇ ਨੇ ਕਿ ਤੁਸੀਂ ਜਿਹੜਾ ਹਰ ਥਾਂ 'ਤੇ ਮੰਡੀ ਦੀ ਖੁੱਲ੍ਹ ਦੇ ਦਿੱਤੀ ਕਿ ਤੁਸੀਂ ਕਿਤੇ ਵੀ ਜਾ ਕੇ ਆਪਣੀ ਫਸਲ ਵੇਚ ਸਕਦੇ ਹੋ। ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ, ਪਹਿਲਾਂ ਤਾਂ ਹੈਗਾ ਜਿਹੜਾ ਵਿਚੋਲਿਆਂ ਦੀ ਗੱਲ ਹੈ। ਹੁਣ ਤਾਂ ਵਿਚੋਲਾ ਤੁਹਾਡੇ ਕੋਲ ਹੈ। ਹੁਣ ਤੁਸੀਂ ਪਿੰਡ 'ਚੋਂ, ਜੇ ਤੁਹਾਡਾ ਆੜਤੀਆ ਵੀ ਹੈ ਉਹ ਤੁਹਾਡੇ ਪਿੰਡ 'ਚ ਬੈਠਾ, ਮੰਡੀ 'ਚ ਬੈਠਾ, ਹੈ ਨਾ। ਜੇ ਕੋਈ ਰੌਲਾ ਪੈਂਦਾ ਉੱਥੇ ਇੱਕ ਭਾਈਚਾਰਾ, ਉਹਦੇ 'ਤੇ ਪ੍ਰੈਸ਼ਰ ਵੀ ਬਣਦੇ ਆ, ਉਹਦੇ 'ਤੇ ਕਿਸਾਨ ਯੂਨੀਅਨ ਵੀ ਉੱਥੇ ਲੜਦੀ ਹੈ। ਜੇ ਤੁਸੀਂ ਜਿਹੜਾ ਵਿਚੋਲੀਆ ਜਿਹੜਾ ਉਹਦਾ ਮਤਲਬ ਹੈ ਕਿ ਪੈਦਾਵਾਰ ਕਰਨ ਵਾਲੇ ਅਤੇ ਖਪਤ ਕਰਨ ਵਾਲੇ ਦੇ ਵਿਚਾਲੇ ਕਿੰਨੇ ਮਿਡਲਮੈਨ ਹੈ। ਜਿਵੇਂ ਅਸੀਂ ਉਦਾਹਰਨ ਦੇ ਤੌਰ 'ਤੇ ਜਿਹੜੀ ਕੋਈ ਫੈਕਟਰੀ ਪੈਦਾ ਕਰਦੀ ਹੈ, ਇੰਡਸਟਰੀ ਪੈਦਾ ਕਰਦੀ ਹੈ, ਉਹਦੀ ਸਿੱਧੀ ਖਪਤ ਤਾਂ ਨਹੀਂ ਨਾ ਹੈ, ਉਹਦੇ ਵਿੱਚ ਹੋਲਸੇਲਰ ਹੁੰਦੇ ਆ, ਫਿਰ ਰਿਟੇਲਰ ਹੁੰਦੇ ਆ, ਕਿੰਨੇ ਮਿਡਲਮੈਨ ਹੈ ਨਾ। ਉਹਦਾ ਤੁਸੀਂ ਖਤਮ, ਜਿਵੇਂ ਵਿਰੋਧ ਉਦੋਂ ਵੀ ਹੋਇਆ ਕਿ ਭਾਈ ਇਹ ਜਿਹੜਾ ਰਿਟੇਲ ਟਰੇਡ ਹੈ ਇਹਦੇ 'ਤੇ ਖਤਰਾ, ਤੁਸੀਂ ਮਾਲ ਜਿਹੜੇ ਖੋਲ੍ਹਣ ਲੱਗੇ ਹੋ ਇਹ ਬੰਦ ਕਰੋ, ਇੱਥੇ ਰੁਜ਼ਗਾਰ ਜਾਂਦਾ ਰਹੂਗਾ, ਹੈ ਨਾ, ਮਿਡਲਮੈਨ। ਸੋ ਉਹ ਮਿਡਲਮੈਨ ਤੁਸੀਂ ਉਵੇਂ ਦੇ ਫਿਰ ਕੰਪਨੀਆਂ ਦੇ ਖੜੇ ਕਰਤੇ ਮਿਡਲਮੈਨ। ਕੰਪਨੀ ਮਿਡਲਮੈਨ ਨਹੀਂ ਹੈ, ਕੰਪਨੀ ਪੈਦਾ ਕਰਨ ਵਾਲੇ ਦੇ ਅਤੇ ਖਪਤਕਾਰ ਦੇ ਵਿਚਾਲੇ ਕਿੰਨੀਆਂ ਲੇਅਰ ਆਉਣਗੀਆਂ ਕਿਸੇ ਕੰਪਨੀ ਦੀਆਂ। ਉਹ ਤਾਂ ਹੋ ਸਕਦਾ ਕੰਪਨੀ ਦਾ ਸਬ ਕੰਟਰੈਕਟ ਹੋਵੇ। ਤੁਸੀਂ ਇੱਕ ਕੰਪਨੀ ਅਦਾਨੀ ਦੀ ਹੈਗੀ ਹੈ, ਸਬ ਕੰਟਰੈਕਟ ਦੇਊਗੀ ਪੰਜਾਬ 'ਚ, ਆਪ ਨਹੀਂ ਕਰਨਾ ਕਿਸੇ ਹੋਰ ਨੂੰ ਦੇ ਦਿਓ, ਉਹ 'ਚ ਕੋਈ ਬੰਦ ਥੋੜ੍ਹਾ ਕਰ ਰਿਹਾ। ਅਤੇ ਉੱਥੇ ਤਾਂ ਇਹ ਵੀ ਨਹੀਂ ਪਤਾ ਲੱਗਣਾ ਤੁਹਾਨੂੰ ਵੀ ਇਹ ਕਿੰਨਾ ਕਮਿਸ਼ਨ ਖਾਂਦੇ ਆ ਅਤੇ ਕਿੰਨਾ ਮੁਨਾਫਾ ਲੈਂਦੇ ਆ। ਤੁਸੀਂ ਕੰਪਨੀ ਦੇ ਖਿਲਾਫ ਜਾ ਸਕਦੇ ਹੋ ਜੇ ਕੱਲ੍ਹ ਨੂੰ ਧੱਕਾ ਹੁੰਦਾ ਕਿਸੇ ਕਿਸਾਨ ਨਾਲ। ਔਰ ਕਿਸਾਨ, ਜੇ ਤੁਸੀਂ 10 ਏਕੜ 15 ਏਕੜ ਵਾਲੇ ਨੂੰ ਵੀ ਲੈ ਲਓ ਨਾ, ਵੱਡੀ ਕੰਪਨੀ ਦੇ ਸਾਹਮਣੇ ਉਹ ਕੁਛ ਵੀ ਨਹੀਂ ਗਾ, ਕਿਉਂਕਿ ਉਹ ਕੰਪਨੀਆਂ ਜਿਹਦਾ ਲੱਖਾਂ ਕਰੋੜਾਂ ਦੀ ਜਾਇਦਾਦਾਂ ਨੇ ਥਰੂ ਆਊਟ ਵਰਲਡ। ਉਹਨਾਂ ਦਾ ਟਰੇਡ ਕਈ ਵਾਰੀ ਤਾਂ ਬਹੁਤ ਮੁਲਕਾਂ ਦੇ ਕੁੱਲ ਪੈਦਾਵਾਰ ਤੋਂ ਜ਼ਿਆਦਾ, ਅਤੇ ਉਹ ਇੱਕ ਛੋਟੇ ਜਿਹੇ ਕਿਸਾਨ ਨੂੰ ਕੀ ਸਮਝਦੇ ਆ, ਉੱਥੇ ਕੀ ਆਉਂਦਾ। ਅਤੇ ਫਿਰ ਛੋਟੇ ਜਿਹੇ ਕਿਸਾਨ ਨੂੰ ਤੁਸੀਂ ਬਹੁਤ ਵਧੀਆ ਇਹ ਕੀਤਾ ਕਿ ਤੂੰ ਭਾਈ SDM ਕੋਲ ਚਲਾ ਜਾ ਜੇ ਰੌਲਾ ਪੈ ਜੇ SDM ਨਹੀਂ ਕੁਛ ਕਰ ਸਕਦਾ ਫਿਰ ਤੁਸੀਂ DC ਕੋਲ ਚਲੇ ਜਾਓ। ਹੁਣ ਤੁਸੀਂ ਪਹਿਲਾਂ ਆਪਣਾ ਬਣਾਓ, ਉਹਦੇ 'ਚ ਪੜ੍ਹਾਈ ਦੇ ਲੈਵਲ 'ਤੇ ਜਿਹੜੀ ਕੰਪਨੀ ਹੈ ਉਹਦੇ ਕੋਲ ਤਾਂ ਬੈਟਰੀ ਆਫ ਹੈ ਨਾ, ਪੂਰੀ ਟੀਮ ਹੈ, ਇੱਕ ਵਕੀਲਾਂ ਦੀ ਕੰਪਨੀ ਹੈ, ਉਹਦੇ ਕੋਲ ਹੈ ਇੱਕ ਜਿਹੜੇ MBA ਕਰੇ ਵੇ ਮੈਨੇਜਰ ਹੈ, ਉਹਦੇ ਕੋਲ ਪੂਰੇ ਬੈਟਿੰਗ ਕਰਦੇ ਆ ਆਪਣੇ ਐਗਰੀਮੈਂਟ ਦੀ ਵੀ ਇਹ ਸਮਝੌਤਾ ਕਰਨਾ, ਇਹਦਾ ਮਤਲਬ ਕੀ ਨਿਕਲਦਾ। ਵਕੀਲ ਨੂੰ ਪੁੱਛਦੇ ਆ ਪਹਿਲਾਂ ਉਹ ਵੀ ਇਹ ਅਸੀਂ ਸਮਝੌਤਾ ਕਰਨਾ ਜੀ, ਜੇ ਕੱਲ੍ਹ ਨੂੰ ਰੌਲਾ ਪਵੇ ਤਾਂ ਇਹਦਾ ਕੀ ਹੈ। ਸੋ ਇਸ ਲਈ ਉਹਦੇ ਕੋਲ ਅਤੇ ਛੋਟੇ ਕਿਸਾਨ ਕੋਲ ਹੈਗਾ 20-25 ਏਕੜ ਵਾਲੇ ਕੋਲ ਹੈਗਾ ਕਿ ਉਹ ਵਕੀਲ ਨੂੰ ਜਾ ਕੇ ਪਹਿਲਾਂ ਪੁੱਛੇ ਮੈਂ ਐਗਰੀਮੈਂਟ ਕਰਨਾ ਅਤੇ ਇਹ ਕੁਛ ਹੋਊਗਾ। ਸੋ ਇਸ ਲਈ ਇੱਕ ਕਿਸਾਨ ਜਿਹੜਾ ਉਹ ਵੱਡੀ ਸਾਰੀ ਕੰਪਨੀ ਦਾ ਮੁਕਾਬਲਾ ਕਰ ਸਕਦਾ ਹੈ। ਕਿ ਭਾਈਚਾਰਾ ਖਤਮ ਕੀਤਾ ਜਾ ਰਿਹਾ, ਜਿਵੇਂ ਕਿਸਾਨਾਂ ਤੇ ਆੜਤੀਆਂ ਦੀ ਕਿਸਾਨ ਸੀ ਉਹਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਹੈ। ਇਕੱਲੀ ਉਹੀ ਨਹੀਂ ਹੋਈ, ਇਹਦੇ ਤੋਂ ਜਿਹੜਾ ਤੁਸੀਂ ਜਦੋਂ ਮਾਰਕੀਟ ਖਤਮ ਕਰਤੀ, ਹੁਣ ਤੁਸੀਂ ਕਿਹਾ ਕਿ 6% ਜਿਹੜੀ ਖਰੀਦ ਏਜੰਸੀ ਆ ਉਹ ਦਿੰਦੀ ਸੀਗੀ, 100 ਰੁਪਏ ਪਿੱਛੇ ਜਿਹਦੇ 6 ਰੁਪਏ ਬਚਦੇ ਹੈ, ਉਹ ਵਪਾਰੀ ਉੱਥੇ ਕਿਉਂ ਆਊਗਾ? ਤੁਸੀਂ ਉਹਨੂੰ ਕਹਿੰਦਾ ਬਾਹਰ ਖਰੀਦ ਲਾ।
ਪਹਿਲੀ ਤਾਂ ਉਹ ਜਿਹੜੀਆਂ ਸਾਡੀਆਂ ਪਿੰਡਾਂ ਦੀਆਂ ਰੋਡਸ ਨੇ ਹੈ ਨਾ, ਸੜਕਾਂ ਬਣੀਆਂ ਵੀਆਂ, ਮੰਡੀ ਬੋਰਡ ਦੀਆਂ ਬਣੀਆਂ ਵੀਆਂ, ਲਿੰਕ ਰੋਡ ਬਣੀਆਂ ਵੀਆਂ, ਪੱਕੀਆਂ ਮੰਡੀਆਂ ਉਹਨਾਂ ਨੇ ਬਣਾਈਆਂ। ਇੱਕ ਇਨਫਰਾਸਟ੍ਰਕਚਰ ਬਹੁਤ ਦੇਰ ਦਾ ਬਿਲਡ ਹੋਇਆ, ਉਹਨੂੰ ਤੁਸੀਂ ਬਰਬਾਦ ਕਰੋਗੇ, ਕਿਉਂਕਿ ਉੱਥੇ ਜਾਊਗਾ ਹੀ ਕੋਈ ਨਹੀਂ। ਕਿਉਂਕਿ ਪਹਿਲਾਂ ਸ਼ੁਰੂ 'ਚ ਤਾਂ ਇਹੀ ਹੋਣਾ, ਸ਼ੁਰੂ 'ਚ ਇਹ ਹੋਣਾ ਵੀ ਕੰਪਨੀਆਂ ਨੇ, ਇਹ ਹੁੰਦਾ ਨਾ ਜਿਵੇਂ ਚੂਹਾ ਫਸਾਉਣਾ ਹੋਵੇ ਫਿਰ ਉਹ 'ਚ ਦਾਣੇ ਪਾ ਦਿਓ, ਜਾਂ ਕੋਈ ਮੱਛੀ ਫਸਾਉਣੀ ਹੋਵੇ ਉਹਨੂੰ ਲਾ ਕੇ ਦੇ ਦਿਓ ਅਤੇ ਮੱਛੀ ਫਸ ਜਾਂਦੀ ਹੈ। ਪਹਿਲਾਂ ਫਸਾਉਣਗੇ ਕਿਸਾਨਾਂ ਨੂੰ ਕਿ ਜੇ 1800 MSP ਹੈ, ਹੁਣ 1875 ਹੋ ਗਈ ਕਣਕ ਦੀ, ਤਾਂ ਉਹਨਾਂ ਕਹਿਣਾ ਅਸੀਂ 2200 ਨੂੰ ਖਰੀਦ ਲੈਂਦੇ ਹਾਂ। ਜਦੋਂ ਬਰਬਾਦ ਹੋ ਗਿਆ, ਜਦੋਂ ਭਾਈਚਾਰਾ ਵੀ ਨਿਬੜ ਲਿਆ, ਜਦੋਂ ਮੰਡੀਆਂ ਬਰਬਾਦ ਹੋ ਲਈਆਂ, ਫਿਰ ਤੁਸੀਂ ਉਹਦੇ ਪੂਰੇ ਚੰਗਲ 'ਚ ਆ ਗਏ। ਇਹਨੂੰ ਟਰੈਪ ਹੀ ਕਹਿੰਦੇ ਆ। ਫਿਰ ਉਹ ਟਰੈਪ ਇੱਕ ਵਿਛਾਇਆ ਜਾ ਰਿਹਾ, ਉਸ ਟਰੈਪ 'ਚ ਜਦੋਂ ਕਿਸਾਨੀ ਫਸ ਗਈ, ਉਸ ਟਰੈਪ 'ਚ ਫਿਰ ਪਿੱਛੇ ਮੁੜਨ ਦਾ ਰਸਤਾ ਕੋਈ ਰਿਹਾ ਨਹੀਂ, ਕਿਉਂਕਿ ਤੁਸੀਂ ਪਿੱਛੇ ਤਾਂ ਸਾਰਾ ਕੁਝ ਬਰਬਾਦ ਕਰ ਲਿਆ। ਫਿਰ ਉਹਨਾਂ ਦੇ ਵਿਕਟਮ ਹੋ, ਫਿਰ ਉਹਨਾਂ ਦੇ ਸਹਾਰੇ ਹੋ। ਫਿਰ ਕੰਪਨੀ ਨੇ ਇਹ ਕਹਿਣਾ ਵੀ ਹੁਣ ਚਾਹੇ MSP ਤੁਸੀਂ ਜਿਹੜੀ ਕਹਿ ਰਹੇ ਹਾਂ ਵੀ ਰਹੂਗੀ, ਤੁਸੀਂ 1875 ਵੀ ਕਰ ਦਿਓ, ਫਿਰ ਉਹਨਾਂ ਕਹਿਣਾ ਅਸੀਂ ਤਾਂ 1200 ਨੂੰ ਖਰੀਦਣੀ ਹੈ, ਵੇਚਣੀ ਹੈ, ਵੇਚੋ ਨਹੀਂ ਨਾ ਸਹੀ। 100 ਨੁਕਸ ਹੋਰ ਕੱਢੋ ਉਹਦੇ 'ਚ ਵੀ ਤੇਰੀ ਇਹ ਮਾਜੂ ਦਾਣੇ ਦੀ ਹੋ ਗਈ। ਕਿਉਂਕਿ ਖੇਤੀਬਾੜੀ ਕੁਦਰਤ 'ਤੇ ਨਿਰਭਰ ਕਰਦੀ ਹੈ। ਤੁਸੀਂ ਕੁਆਲਿਟੀ ਉਸ ਤਰ੍ਹਾਂ ਨਹੀਂ ਕਰ ਸਕਦੇ ਜਿਵੇਂ ਫੈਕਟਰੀ 'ਚ ਕੁਆਲਿਟੀ ਦੀ ਨਿਰਧਾਰਿਤ ਕਰਦੇ ਹੋ ਨਾ, ਵੀ ਮਸ਼ੀਨ ਚੱਲਦੀ ਹੈ ਇਹੀ ਪੈਦਾ ਕਰੂਗੀ। ਉਹ ਮਸ਼ੀਨ ਨਹੀਂ ਚੱਲਦੀ, ਉਹ ਨੇਚਰ ਹੈ, ਕੁਦਰਤ ਦਾ। ਜੇ ਸਿਰੇ 'ਤੇ ਆਈ ਫਸਲ 'ਤੇ ਵੀ ਮੀਂਹ ਪੈ ਜੇ ਨਾ, ਫਿਰ ਉਹਦੇ ਦਾਣਿਆਂ ਦਾ ਰੰਗ ਬਦਲ ਜੂਗਾ, ਮਾਜੂ ਹੋ ਜਾਣਗੇ। ਫਿਰ ਕੋਈ ਵੀ ਕੰਪਨੀ ਜਵਾਬ ਦੇ ਦੂਗੀ ਉਹਦਾ ਇਲਾਜ ਕੀ ਹੈ। ਉਹ ਕਹਿੰਦੇ ਜੀ ਉਹਦੇ ਇਲਾਜ 'ਚ ਇਹ ਹੈ, ਕੌਂਸਲ ਬਣਾ ਲਓ, ਜੇ ਨਹੀਂ ਤਾਂ SDM ਕੋਲ ਚਲੇ ਜਾਓ, SDM ਫੈਸਲਾ ਨਹੀਂ ਕਰਦਾ ਤਾਂ DC ਕੋਲ ਚਲੇ ਜਾਓ। ਕਿਸੇ ਛੋਟੇ ਕਿਸਾਨ ਨੂੰ SDM ਮਿਲਦਾ? ਕਿਸੇ 25-30 ਏਕੜ ਵਾਲੇ ਨੂੰ ਕੋਈ DC ਮਿਲਦਾ? ਸਾਡਾ ਸਟਰਕਚਰ ਇਸ ਤਰ੍ਹਾਂ ਦਾ, ਕੰਪਨੀ ਵਾਲਾ ਬੰਦਾ ਆ ਜੇ ਇੱਕ ਕਾਰਡ ਦੇਵੇ, DC ਜਦੇ ਮਿਲ ਲੈਂਦਾ। ਸੋ ਇਸ ਲਈ ਉਹ ਤਾਂ ਕੰਪਨੀ ਵਾਲੇ ਬੰਦੇ ਤਾਂ ਮਿਨਿਸਟਰ, ਪ੍ਰਾਈਮ ਮਿਨਿਸਟਰ ਨੂੰ ਜਦੋਂ ਮਰਜ਼ੀ ਮਿਲ ਲੈਣ, ਐਗਰੀਕਲਚਰ ਮਿਨਿਸਟਰ ਨੂੰ ਜਦੋਂ ਮਰਜ਼ੀ ਮਿਲ ਲੈਣ। ਇੱਥੇ ਤੁਸੀਂ ਕਿਸਾਨ ਯੂਨੀਅਨ ਦੇ ਲੀਡਰ ਨਹੀਂ ਮਿਲ ਸਕਦੇ, ਉਹਨਾਂ ਦੇ ਕਿਸਾਨ ਨਹੀਂ ਮਿਲ ਸਕਦੇ। ਇਸ ਲਈ ਉੱਥੇ ਨਿਆਂ ਕਿੱਥੋਂ ਹੋ ਜਾਊਗਾ ਕਿਸਾਨ ਨਾਲ? ਸਰਕਾਰ ਤਾਂ ਇਹ ਗੱਲ ਕਹਿੰਦੀ ਹੈ ਕਿ ਅਸੀਂ ਤਾਂ MSP ਖਤਮ ਨਹੀਂ ਕਰਦੇ, ਪਰ ਲਿਖਤੀ ਭਰੋਸਾ ਨਹੀਂ ਮਿਲ ਰਿਹਾ ਇਸ ਗੱਲ ਦਾ। ਜੇ ਪ੍ਰਾਈਮ ਮਿਨਿਸਟਰ ਪੰਜਾਬੀ 'ਚ ਟਵੀਟ ਕਰ ਰਿਹਾ ਕੱਲ੍ਹ, ਹੈ ਨਾ, ਉਹਨੂੰ ਵੀ ਪਤਾ ਵੀ ਰੌਲਾ ਪਿਆ ਅਤੇ ਵੱਡੀ ਪੱਧਰ 'ਤੇ ਕਿਸਾਨੀ ਹਰਿਆਣੇ ਅਤੇ ਪੰਜਾਬ ਦੀ ਹੈਗੀ ਹੈ ਨਾ। ਅੱਜ MSP ਨਹੀਂ ਮਿਲ ਰਹੀ। ਕੁਰੂਕਸ਼ੇਤਰ 'ਚ ਕਿਸਾਨ ਬੈਠੇ ਆ ਪਿਛਲੇ 10 ਦਿਨਾਂ ਦੇ, ਉਹ ਜਿਹੜੇ 90 ਦਿਨ ਵਾਲੀ ਜੀਰੀ ਹੈ, ਚਾਵਲ ਹੈ, ਉਹ ਵੱਢ ਕੇ 56 ਅਤੇ ਬਾਕੀ ਦੇ ਉੱਥੇ ਬੈਠੇ ਆ, ਵਿਕ ਨਹੀਂ ਰਹੀ। ਉਹ MSP ਨੂੰ ਕੀ ਕਰਨ? ਉਹ ਕਹਿੰਦਾ ਸਾਨੂੰ ਖਰੀਦੋ ਜੀ। MSP ਜਿਹੜੀ ਹੈ ਉਹ ਕੋਈ ਮਤਲਬ ਨਹੀਂ ਉਹਦਾ, ਜਦ ਤੱਕ ਤੁਸੀਂ ਉਹਦੀ ਖਰੀਦ ਨਿਰਧਾਰਿਤ ਨਹੀਂ ਕਰਦੇ ਵੀ ਇਹ ਖਰੀਦੀ ਜਾਊਗੀ। ਮੈਂ ਕਹਿੰਦਾ ਵੀ ਹਾਂ ਜੀ, ਕਣਕ ਜਿਹੜੀ ਹੈ ਨਾ 10,000 ਰੁਪਏ ਕੁਇੰਟਲ ਮੈਂ ਡਿਕਲੇਅਰ ਕਰ, ਮੈਂ ਖਰੀਦਾਂ ਹਾਂ ਨਾ, ਉਹਨੂੰ ਇਹਦਾ ਕੋਈ ਮੀਨਿੰਗ ਥੋੜ੍ਹਾ ਹੈ ਨਾ। ਜੇ ਤੁਸੀਂ ਕਹਿੰਦੇ MSP ਰਹੂਗੀ ਤਾਂ ਉਹਦੇ ਨਾਲ ਇਹ ਵੀ ਕਹੋ ਵੀ ਇਹਦੀ ਖਰੀਦ ਵੀ ਰਹੂਗੀ, ਅਸ਼ੋਰ ਕਰਦੇ ਆ। ਫਿਰ ਜੇ ਤੁਸੀਂ ਇਹ ਦੋਵੇਂ ਗੱਲਾਂ ਕਹਿੰਦੇ ਹੋ, ਫਿਰ ਇਹਦੇ 'ਤੇ ਕਾਨੂੰਨ ਬਣਾਉਣ 'ਚ ਕੀ ਹਰਜ ਹੈ? ਫਿਰ ਤੁਸੀਂ ਝੂਠ, ਮਤਲਬ ਇਹ ਇੱਕ ਬਲੱਫ ਹੈ, ਇੱਕ ਝੂਠ ਹੈ, ਇੱਕ ਧੋਖਾ, ਤਾਂ ਕਿ ਲੋਕ ਠੰਡੇ ਹੋ ਜਾਣ, ਐਜੀਟੇਸ਼ਨ ਠੰਡੀ ਹੋ ਜਾਏ, ਫਿਰ ਅਸੀਂ ਆਪਣੀ ਜੋ ਕੁਛ ਕਰਨਾ ਚਾਹੁੰਦੇ ਹਾਂ ਉਹ ਕਰੀਏ। ਜੇ ਤੁਸੀਂ ਇਹ ਗੱਲ ਕਰਦੇ ਹੋ ਤਾਂ ਫਿਰ ਇਹਦੇ ਨਾਲ ਐਕਟ ਜਿਹੜਾ ਚੌਥਾ ਮੰਗ ਰਿਹਾ ਕਿਸਾਨ, ਉਹ ਪਾਸ ਕਰਦਾ ਵੀ MSP ਰਹੂਗੀ ਅਤੇ ਸਰਕਾਰ, ਕੇਂਦਰ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ, ਇਹ ਉਹਦੀ ਜਿਹੜੀ ਪੈਦਾਵਾਰ ਹੈ ਉਹ ਖਰੀਦੂਗੀ। ਇਹ ਤੁਹਾਨੂੰ ਅਸੀਂ ਕਿਸਾਨਾਂ ਨੂੰ ਕਾਨੂੰਨ ਬਣਾ ਕੇ ਦਿੰਦੇ ਹਾਂ। ਕਾਨੂੰਨ ਜਿਵੇਂ ਮਨਰੇਗਾ ਦਾ ਕਾਨੂੰਨ ਹੈ, ਉਹਦੇ 'ਤੇ ਤੁਸੀਂ ਹਾਲੇ ਕਾਰਵਾਈ ਕਰ ਸਕਦੇ ਹੋ, ਫਿਰ ਤੁਸੀਂ ਕਾਨੂੰਨ ਬਣਾ ਦਿਓ। ਪ੍ਰਾਈਮ ਮਿਨਿਸਟਰ ਦਾ ਕਿਹਾ, ਪ੍ਰਾਈਮ ਮਿਨਿਸਟਰ ਦੀ ਕੋਈ ਚਿੱਠੀ, ਕਿਸੇ ਖੇਤੀਬਾੜੀ ਮੰਤਰੀ ਦਾ ਕਿਹਾ, ਕਿਸੇ ਖੇਤੀਬਾੜੀ ਮੰਤਰੀ ਦੀ ਚਿੱਠੀ, ਕੋਈ ਕਾਨੂੰਨ ਨਹੀਂ ਹੈ। ਕਾਨੂੰਨ ਆ ਜਿਹੜਾ ਪਾਰਲੀਮੈਂਟ 'ਚ ਪਾਸ ਹੋ ਗਿਆ। ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ MSP ਰਹੂਗੀ, ਫਿਰ ਇਹ 3 ਜਿਹੜੇ ਆਰਡੀਨੈਂਸ ਪਾਸ ਕਰੇ ਹੈ, ਇਹਨਾਂ ਨੂੰ ਬਰਬਲੀਓ ਕਹੀ ਜਾਂਦੇ। ਆਪਾਂ ਨੂੰ ਪਾਸ ਕਰਨ ਦੀ ਕੀ ਲੋੜ ਸੀ? ਇਹ ਕਹਿੰਦੇ ਵੀ ਖੁੱਲ੍ਹੀ ਮੰਡੀ ਹੈ, ਹੁਣ ਵੀ ਖੁੱਲ੍ਹੀ ਮੰਡੀ ਹੈ। ਤੁਸੀਂ ਰੈਗੂਲੇਟਡ ਮਾਰਕੀਟ 'ਚ ਵੇਚੋ ਜਾਂ ਬਾਹਰ ਵੇਚ ਦਿਓ। ਦੇਖੋ 2006 ਤੋਂ ਬਾਅਦ ਬਿਹਾਰ ਦੇ ਵਿੱਚ ਮੰਡੀ ਐਕਟ ਨਹੀਂ ਹੈ, ਇਹ APMC ਖਤਮ ਕਰਤਾ, ਖੁੱਲ੍ਹੀ ਮੰਡੀ ਹੈ। ਉੱਥੇ ਦੀ ਕੀ ਹਾਲਤ ਹੋਈ? ਉੱਥੇ ਕੋਈ ਗਿਆ? ਉੱਥੇ ਵਿਕਿਆ ਅਗਲੇ ਦਾ ਝੋਨਾ? ਉੱਥੇ ਕਣਕ ਉਸ ਰੇਟ 'ਤੇ MSP 'ਤੇ ਖਰੀਦੀ ਗਈ। MSP ਜਿਹੜੀ ਹੈ 23 ਫਸਲਾਂ ਦੀ MSP ਹੈ, ਸਿਰਫ ਕਣਕ ਅਤੇ ਚੌਲ MSP ਦੇ ਉੱਤੇ ਖਰੀਦੇ ਜਾਂਦੇ ਆ। ਜਦੋਂ ਸਰਕਾਰ ਨਹੀਂ ਖਰੀਦਦੀ,
ਚਾਹੇ ਉਹ ਅਕਾਲੀਆਂ ਦੀ ਗਵਰਨਮੈਂਟ ਹੋਵੇ ਚਾਹੇ ਕਾਂਗਰਸ ਦੀ ਹੋਵੇ। ਫਿਰ ਕਿਸਾਨ ਸੜਕਾਂ ਬੰਦ ਕਰਦੇ ਆ, ਐਜੀਟੇਸ਼ਨ ਕਰਦੇ ਆ, ਫਿਰ ਜਾ ਕੇ ਏਜੰਸੀਆਂ ਆਉਂਦੀਆਂ ਨੇ, FC ਆਉਂਦੀ ਹੈ, ਸਟੇਟ ਦੀਆਂ ਪਨਸਪ ਆਉਂਦੀ ਹੈ, ਮੰਡੀ ਬੋਰਡ ਵਾਲੇ ਉਹਨੂੰ ਐਕਟੀਵੇਟ ਕਰਦੇ ਆ, ਫਿਰ ਉਹ ਖਰੀਦਦੇ ਆ। ਅਤੇ ਹੁਣ ਜੇ ਤੁਸੀਂ ਉਹਨੂੰ ਬਾਹਰ ਕਰਤਾ ਅਤੇ ਸਰਕਾਰ ਬਾਹਰ ਨਿਕਲ ਗਈ, ਉਹ ਕਹੂਗੀ ਅਸੀਂ ਤਾਂ ਜ਼ਿੰਮੇਵਾਰੀ ਹੈ ਨਹੀਂ, ਤੁਸੀਂ ਧਰਨਾ ਲਾਓ, ਬੰਦ ਕਰੋ, ਕਿਉਂਕਿ ਹੁਣ AMPC ਦੇ ਅੰਡਰ ਹੈ ਹੀ ਨਹੀਂ ਗਾ, ਇਹ ਤਾਂ ਬਾਹਰ ਹੈ, ਵਪਾਰੀ ਜਿੰਨੇ ਦਾ ਖਰੀਦ ਲੈ। ਇਸ ਲਈ ਤੁਸੀਂ ਉੱਥੇ ਇੱਕ ਪੂਰਾ ਰਾਹ ਪੱਧਰਾ ਕਰਤਾ ਵੀ ਕਾਰਪੋਰੇਟਸ ਜਿਹੜੇ ਵੱਡੀਆਂ ਕੰਪਨੀਆਂ ਨੇ MNCs, ਉਹ ਜਿਹੜੀ ਐਗਰੀਕਲਚਰ ਹੈ ਸਾਡੀ ਹਿੰਦੁਸਤਾਨ ਦੀ, ਉਹਦੇ 'ਤੇ ਕਬਜ਼ਾ ਕਰ ਲੈਣ। ਪ੍ਰੋਫੈਸਰ ਸਾਹਿਬ, ਜੇ ਆਪਾਂ ਇਸ ਸੰਦਰਭ 'ਚ ਪੰਜਾਬ ਨੂੰ ਦੇਖੀਏ, ਸਾਰੇ ਸੀਨ ਦੇ ਵਿੱਚ ਕੈਪਟਨ ਸਰਕਾਰ ਜਿਹੜੀ ਆ ਉਹ ਕਹਿੰਦੀ ਹੈ ਕਿ ਅਸੀਂ ਇਹਨਾਂ ਨੂੰ ਕੋਰਟ 'ਚ ਘੜੀਸਾਂਗੇ, ਪਰ ਸਰਕਾਰ 'ਤੇ ਸਵਾਲ ਉੱਠਦੇ ਨੇ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੂੰ ਹੜੱਪਿਆ ਜਾ ਰਿਹਾ ਹੈ ਜਾਂ ਉਹਨਾਂ ਤੋਂ ਲਿਆ ਜਾ ਰਿਹਾ ਹੈ, ਉਹ ਸੀਨ ਕਿੱਦਾਂ ਦੇਖਦੇ ਹੋ? ਸਾਰੇ ਦੇ ਵਿੱਚ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ, ਸਾਡੀ ਕੋਈ ਇਹੋ ਜਿਹੀ ਮਨਸ਼ਾ ਨਹੀਂ, ਪਰ ਲੋਕ ਸਵਾਲ ਚੁੱਕਦੇ ਨੇ ਕਿ ਫਿਰ ਉਹ ਜਿਹੜੀਆਂ ਪੰਚਾਇਤੀ ਜ਼ਮੀਨਾਂ ਤੁਸੀਂ ਲੈ ਕੇ ਪ੍ਰਾਈਵੇਟ ਹੱਥਾਂ ਵਿੱਚ ਦੇ ਰਹੇ ਹੋ, ਉਹ ਕੀ ਹੈ? ਉਹ ਕੀ ਇਹਦਾ ਹਿੱਸਾ ਨਹੀਂ? ਪਹਿਲੀ ਗੱਲ ਤਾਂ ਇਹ ਹੈ, ਜਿਹੜੀ ਸਰਕਾਰ ਕਾਂਗਰਸ ਦੀ, ਪਿਛਲੀ ਸਰਕਾਰਾਂ ਕਾਂਗਰਸ ਦੀਆਂ, ਸੈਂਟਰ ਦੀਆਂ ਵੀ, ਉਹਨਾਂ ਨੇ ਵੀ ਕੋਈ ਭਲਾ ਕਿਸਾਨੀ ਦਾ ਨਹੀਂ ਕੀਤਾ। ਜੇ ਤੁਸੀਂ ਲਗਾਤਾਰ 1997 ਤੋਂ ਬਾਅਦ ਦੇਖੋ ਤਾਂ ਕਿਸਾਨੀ ਦੀਆਂ ਖੁਦਕੁਸ਼ੀਆਂ ਵੱਧਦੀਆਂ ਹੀ ਜਾ ਰਹੀਆਂ। ਅੱਜ ਵੀ ਪੰਜਾਬ 'ਚ ਖੁਦਕੁਸ਼ੀ ਹਰ ਰੋਜ਼ ਹੁੰਦੀ ਹੈ। ਖੁਦਕੁਸ਼ੀਆਂ ਇੱਥੇ ਨਹੀਂ, ਮਹਾਰਾਸ਼ਟਰ 'ਚ ਵੀ ਹੁੰਦੀਆਂ, ਤਾਮਿਲਨਾਡੂ 'ਚ ਵੀ ਹੁੰਦੀਆਂ, ਕਰਨਾਟਕ 'ਚ ਵੀ ਹੁੰਦੀਆਂ, ਪਰ ਸਾਡਾ ਸੂਬਾ ਤਾਂ ਸਭ ਤੋਂ ਵੱਧ ਖੇਤੀ ਦੇ ਉੱਨਤ ਸੀਗਾ। ਖੇਤੀ ਦੇ ਤੌਰ 'ਤੇ ਉੱਨਤੀ ਸਭ ਤੋਂ ਵੱਧ ਪੰਜਾਬ ਦੀ ਸੀਗੀ, ਅਤੇ ਕਿਸੇ ਵੇਲੇ ਅਸੀਂ ਕਹਿੰਦੇ ਸੀ ਵੀ ਪੰਜਾਬ ਰੋਲ ਮਾਡਲ ਹੈ ਹਿੰਦੁਸਤਾਨ ਦਾ, ਖੇਤੀ ਕਰਨੀ ਹੈ ਤਾਂ ਇੱਥੋਂ ਸਿੱਖੋ। ਅਤੇ ਉਹਦੇ ਹਾਲਤ ਜਾਂ ਤਾਂ ਕਾਂਗਰਸ ਦੀ ਸਰਕਾਰ ਰਹੀ ਜਾਂ ਅਕਾਲੀਆਂ ਦੀ ਸਰਕਾਰ ਰਹੀ, ਹੋਰ ਤਾਂ ਕੋਈ ਸਰਕਾਰ ਪੰਜਾਬ 'ਚ ਰਹੀ ਨਹੀਂ। ਅਤੇ ਇਸ ਲਈ ਜੇ ਉਹਨਾਂ ਦੀ ਮਾੜੀ ਹਾਲਤ ਹੋਈ ਤਾਂ ਇਹਨਾਂ ਕਰਕੇ ਹੀ ਹੋਈ। ਉਹਦੇ 'ਚ ਖੇਤੀ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਸਰਕਾਰ ਦੀ, ਉਹ ਬਿਲਕੁਲ ਘਟ ਗਈ। ਹੁਣ ਨਵੀਂ ਜਿਹੜੀ ਸਿੰਜਾਈ ਦੀਆਂ ਸਕੀਮਾਂ ਨੇ ਕਿੱਥੇ ਬਣ ਰਹੀਆਂ ਨੇ, ਨਵੇਂ ਜਿਹੜੇ ਸਰਕਾਰੀ ਟਿਊਬਵੈੱਲ ਕਿੱਥੇ ਲੱਗ ਰਹੇ ਨੇ, ਜਿਹੜੀ ਖੇਤੀ ਦੇ ਵਿੱਚ ਸਬਸਿਡੀ ਦੇ ਕੇ ਨਿਊ ਮੈਕਨਾਈਜੇਸ਼ਨ ਕਰਨੀ ਆ, ਉਹਦੀ ਕਿੰਨਾ ਕੁ ਇਨੀਸ਼ੀਏਟਿਵ ਹੈ। ਹੁਣ ਅਗਲੇ ਮਹੀਨੇ ਆਉਣ ਵਾਲਾ ਜੀਰੀ ਦਾ ਰੌਲਾ ਪਊਗਾ ਵੀ ਪਰਾਲੀ ਸਾੜਦੇ ਆ ਕਿਸਾਨ, ਇਹਨਾਂ 'ਤੇ FIR ਦਰਜ ਕਰੋ। ਅੱਜ ਤੱਕ ਜਿਹੜੀ ਪਿਛਲੇ ਸਾਲ ਉਹਨਾਂ ਨੂੰ ਕਿਹਾ ਸੀਗਾ ਵੀ ਜਿਹੜੇ ਨਹੀਂ ਸਾੜਦੇ ਅਸੀਂ 100 ਰੁਪਏ ਜਾਂ 100 ਰੁਪਏ ਕੁਇੰਟਲ ਉਹਨਾਂ ਨੂੰ ਅਸੀਂ ਦੇਵਾਂਗੇ, ਜਿਹੜੇ ਕਿਸਾਨ, ਉਹਨਾਂ ਨੂੰ ਕਿਸੇ ਨੇ ਪੈਸਾ ਦਿੱਤਾ? ਉਹ ਸਾਰਾ ਕੁਛ ਹੈ ਇਹ ਗੱਲਾਂ। ਅਤੇ ਕੋਰਟ 'ਚ ਤਾਂ ਕਿਸਾਨ ਵੀ ਜਾਣਾ ਚਾਹੁੰਦੇ ਆ। ਇਹ 'ਚ ਸਰਕਾਰ ਦੀ ਕੀ ਪ੍ਰਾਪਤੀ ਹੈ ਕਿ ਉਹਦਾ ਕੋਈ ਵੀ ਕਿਸਾਨ ਯੂਨੀਅਨ ਇਹਦੇ ਖਿਲਾਫ ਉੱਥੇ ਜਾ ਸਕਦੀ ਹੈ। ਤੁਸੀਂ ਅਸੈਂਬਲੀ ਦੇ ਵਿੱਚ ਆਰਡੀਨੈਂਸ ਦੇ ਖਿਲਾਫ ਕਰਤਾ, ਤੁਸੀਂ ਹੁਣ ਐਕਟ ਦੇ ਖਿਲਾਫ ਕਰੋ। ਰੌਲਾ ਹੈ ਕਿ ਇਹ ਇਸ਼ੂ ਬਣਿਆ ਵਾ ਤਾਂ ਕਾਂਗਰਸ ਇਹ ਦੱਸੇ ਇਹਨੂੰ ਟੈਕਲ ਕਿਵੇਂ। ਕੋਰਟ ਨਹੀਂ, ਕੋਰਟ ਆਪਣੀ ਥਾਂ 'ਤੇ ਆ। ਕੋਰਟ ਤਾਂ ਕਹੂਗੀ ਪਾਰਲੀਮੈਂਟ ਨੇ ਐਕਟ ਬਣਾਤਾ, ਉਹ ਤਾਂ ਠੀਕ ਹੈ ਜੀ। ਇਹ ਤਾਂ ਤੁਸੀਂ ਲੋਕਾਂ ਨੂੰ ਧੋਖਾ ਦੇ ਰਹੇ ਹੋ ਨਾ, ਕਿਸਾਨਾਂ ਨੂੰ। ਅਸਲ 'ਚ ਕਾਂਗਰਸ ਇਹ ਕਹਿ ਰਹੀ ਹੈ ਵੀ ਅਸੀਂ ਤੁਹਾਡੇ ਲਈ ਲੜ ਰਹੇ ਹਾਂ, ਲੜ ਨਹੀਂ ਰਹੇ ਅਸਲ 'ਚ। ਉਹ ਜੇ ਲੜਦੇ ਫਿਰ ਉਹ ਰੋਡ 'ਤੇ ਆਉਣ, ਫਿਰ ਉਹ ਦਿੱਲੀ ਤੱਕ ਲੀਡ ਕਰਨ, ਫਿਰ ਪ੍ਰੈਸ਼ਰ ਬਿਲਡ ਕਰਨ ਸੈਂਟਰ 'ਤੇ ਵੀ ਇਹਨਾਂ ਨੂੰ ਰੱਦ ਕਰੋ, ਨਹੀਂ ਵਾਪਸ ਲਓ, ਨਹੀਂ ਚੌਥਾ ਆਰਡੀਨੈਂਸ ਪਾਸ ਕਰੋ ਵੀ ਹੈ ਨਾ। ਉਹ ਨਹੀਂ ਕਰ ਰਹੀ ਨਾ, ਹਲੇ ਨਹੀਂ ਕਰ ਰਹੀ। ਜੇ ਕਰੂਗੀ ਚੰਗੀ ਗੱਲ ਹੈ, ਕਰਨੀ ਚਾਹੀਦੀ ਹੈ। ਤਾਂ ਕਾਂਗਰਸ ਨੇ ਜੇ ਪੰਜਾਬ 'ਚ ਬਚਣਾ ਤਾਂ ਕਿਸਾਨੀ ਤੋਂ ਪਰੇ ਨਹੀਂ ਬਚ ਸਕਦੀ। ਪੰਚਾਇਤੀ ਜ਼ਮੀਨਾਂ ਵਾਲੇ ਨੂੰ ਕਿੱਦਾਂ ਦੇਖਦੇ? ਹਾਂ, ਪੰਚਾਇਤੀ ਜ਼ਮੀਨਾਂ ਦੇਖੋ, ਇਹ ਹੈ ਕਿ ਜਿਹੜੇ ਪਿੰਡ ਹੈ ਉਹਨਾਂ ਦੀ ਲਗਾਤਾਰ, ਜਿਹਦੇ 'ਤੇ ਹਰੇਕ ਪੇਂਡੂ ਬੰਦੇ ਦਾ ਅਧਿਕਾਰ ਹੁੰਦਾ, ਉਹ ਸ਼ਾਮਲਾਤ ਜ਼ਮੀਨ ਹੁੰਦੀ ਹੈ, ਪੰਚਾਇਤੀ ਜ਼ਮੀਨ ਹੁੰਦੀ ਹੈ। ਉਹਦੇ 'ਚ ਜੇ ਖੇਤੀਬਾੜੀ ਵਾਲੀ ਵੀ ਹੈ ਤਾਂ ਵੀ ਉਹ ਜਿਹੜੇ ਚਾਹੇ SC ਆ ਉਹਨਾਂ ਲਈ ਵੀ ਇੱਕ ਰਿਜ਼ਰਵ ਹੈ, ਗਰੀਬ ਬੰਦੇ ਲਈ ਵੀ ਉਹ 'ਚ ਇੱਕ ਪ੍ਰੋਵੀਜ਼ਨ ਹੈ ਕਿ ਵੀ ਇਹਨਾਂ ਨੂੰ ਦੇਣੀ ਹੈ। ਜੇ ਤੁਸੀਂ ਉਹੀ ਖਤਮ ਕਰ ਦਿਓਗੇ, ਜਿਹੜੀ ਇੱਕ ਆਮ ਬੰਦੇ ਗਰੀਬ ਦੀ ਲੋੜ ਹੈ, ਜਿਹੜੀ ਕਾਮਨ ਪੂਲ 'ਚੋਂ ਨਿਕਲਦੀ ਹੈ, ਕਿ ਸਕੂਲ ਬਣਨਾ, ਕੋਈ ਮੈਡੀਕਲ ਦੀ ਫੈਸਿਲਿਟੀ ਬਣਨੀ ਹੈ, ਕੋਈ ਪਾਰਕ ਬਣਨਾ, ਕੋਈ ਧਰਮਸ਼ਾਲਾ ਬਣਨੀ ਹੈ, ਕੋਈ ਕਾਮਨ ਚੀਜ਼ ਬਣਨੀ ਹੈ, ਜਾਂ ਕੋਈ ਕੰਮ ਕਰਨਾ, ਜਾਂ ਕਿਸੇ ਦੇ ਭਲੇ ਲਈ ਤੁਸੀਂ ਉਹਨੂੰ ਰਹਿਣ ਲਈ ਵੀ ਕੋਈ ਥਾਂ ਦੇਣੀ ਹੈ। ਗਰੀਬ ਬੰਦੇ ਨੂੰ ਨਹੀਂ ਹੈ ਉਹਦੇ ਕੋਲ ਕੋਈ ਥਾਂ, ਉਹ ਸ਼ਾਮਲਾਤ ਜ਼ਮੀਨਾਂ ਹੀ ਹੈ, ਪੰਚਾਇਤੀ ਜ਼ਮੀਨਾਂ ਹੀ ਹੈ। ਜੇ ਤੁਸੀਂ ਉਹਨੂੰ ਧੱਕੇ ਨਾਲ ਲੈ ਕੇ ਇਹ ਕਹੋ ਵੀ ਹਾਂ ਜੀ ਅਸੀਂ ਇੰਡਸਟਰੀ ਡਿਵੈਲਪ ਕਰਨੀ ਹੈ, ਅਤੇ ਇੰਡਸਟਰੀ ਦੇ ਵਿੱਚ ਪਹਿਲਾਂ ਤੁਸੀਂ 1977 'ਚ ਬਾਦਲ ਸਾਹਿਬ ਵਾਲੇ ਫੋਕਲ ਪੁਆਇੰਟ ਪਏ ਹੈ, ਉਹਨਾਂ ਦੀ ਤੁਸੀਂ ਵਿਜ਼ਿਟ ਕਰੋ, ਅੱਜ ਹਾਲਤ ਕੱਢ ਕੇ ਦੇਖੋ ਕੀ ਹੈ
ਹੈ ਨਾ ਜੀ। ਬੜੇ ਸਾਰਾ ਜਿੱਥੇ ਮਰਜ਼ੀ ਚਲੇ ਜਾਓ ਫੋਕਲ ਪੁਆਇੰਟ 'ਤੇ। ਫਿਰ ਤੁਸੀਂ ਸ਼ਹਿਰੀ ਖੇਤਰ 'ਚ ਫੋਕਲ ਪੁਆਇੰਟ ਬਣਾਇਆ ਇੰਡਸਟਰੀ ਦੇ, ਉੱਥੇ ਕੀ ਹਾਲਤ ਹੈ। ਅਤੇ ਤੁਸੀਂ ਸਿਰਫ ਜ਼ਮੀਨ 'ਤੇ ਕਬਜ਼ਾ ਕਰਾਉਣਾ ਪ੍ਰਾਈਵੇਟ ਕੰਪਨੀਆਂ ਦਾ, ਉਹਨਾਂ ਨਾਲ ਗਾਂਠ ਸਾਂਠ ਕਰਕੇ, ਅਤੇ ਉਹ ਕਿਉਂ ਕਰਨ ਲੱਗੇ ਵੇ ਤੁਸੀਂ ਜਿਹਨੇ ਲਾਉਣੀ ਆ ਉਹਨੂੰ ਕਹੋ ਵੀ ਤੂੰ ਆਈ ਆਪਣੀ ਜ਼ਮੀਨ ਖਰੀਦ ਲੈ ਅਤੇ ਲਾ। ਤੁਸੀਂ ਪੇਂਡੂ ਖੇਤਰ ਦੀਆਂ ਕਾਮਨ ਜਿਹੜੀਆਂ ਫੈਸਿਲਿਟੀਜ਼ ਨੇ, ਕਾਮਨ ਸਹੂਲਤਾਂ ਨੇ, ਕਿਸੇ ਦਾ ਕੋਈ ਕਾਮਨ ਅਧਿਕਾਰ ਆ, ਉਹਨੂੰ ਕਿਉਂ ਲੈਣ 'ਤੇ ਲੱਗੇ ਵੇ ਹੋ, ਹੈ ਨਾ। ਉਹ ਤੁਹਾਡੇ ਕੋਲ ਹੋਰ ਬਹੁਤ ਸਾਰੇ ਰਸਤੇ ਹੈਗੇ ਆ, ਉਹਦੇ 'ਚ ਕਹੋ ਅਗਲਿਆਂ ਨੂੰ। ਤੇ ਜਿੱਥੇ ਪ੍ਰੋਫੈਸਰ ਸਾਹਿਬ ਆਪਾਂ ਕਾਂਗਰਸ ਦੀ ਗੱਲ ਕਰੀਏ, ਸਾਰੀ ਗੱਲ ਹੋ ਚੁੱਕੀ ਹੈ, ਤੇ ਅਕਾਲੀ ਦਲ ਵੱਲ ਉਹਨਾਂ ਨੂੰ ਮੁਕਤ ਨਹੀਂ ਕੀਤਾ ਜਾ ਸਕਦਾ। ਅਸਤੀਫਾ ਦੇ ਕੇ ਤੁਹਾਨੂੰ ਲੱਗਦਾ ਹੈ ਕਿ ਇਸ ਸਮੱਸਿਆ ਦਾ ਕੋਈ ਹੱਲ ਨਿਕਲ ਸਕਦਾ? ਦੇਖੋ, ਜਿਹੜਾ ਅਕਾਲੀ ਦਲ ਦਾ ਨਾ, ਮੇਰਾ ਖਿਆਲ 'ਚ ਪੰਜਾਬ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਉਹ ਤਾਂ ਸੈਂਟਰ ਦੀ ਬੋਲੀ ਬੋਲਣਗੇ, ਬਾਕੀ ਕਿਸੇ ਦਾ ਨਾ ਰਹਿੰਦਾ ਕੁਛ ਨਹੀਂ ਗਾ। ਜੇ ਉਹ ਕਿਸਾਨਾਂ ਦੀ ਮਦਦ ਨਹੀਂ ਕਰਦੇ, ਕਿਸਾਨਾਂ ਨਾਲ ਖੜੇ ਨਹੀਂ ਹੁੰਦੇ, ਚਾਹੇ ਉਹ ਕਾਂਗਰਸ ਹੋਵੇ ਅਕਾਲੀ ਦਲ ਹੋਵੇ। ਅਕਾਲੀ ਦਲ ਦਾ ਕਾਫੀ ਐਕਸਪੋਜ਼ ਅਕਾਲੀ ਦਲ ਹੋ ਗਿਆ ਕਿ ਪਹਿਲਾਂ ਉਹ ਇੱਕ ਚਿੱਠੀ ਆ ਗਈ, ਇਹ ਕਹਿੰਦੇ ਰਹੇ MSP ਰਹੂਗੀ। ਹੁਣ ਜਦੋਂ ਇਹਨਾਂ ਨੂੰ ਯਕੀਨ ਵੱਜ ਗਿਆ ਵੀ ਨਹੀਂ, ਇਹ ਤਾਂ ਹੇਰਾ ਫੇਰੀ ਹੋਇਆ, ਇਹਦੇ ਕੁਛ ਨਹੀਂ, ਕਿਸੇ ਨੇ ਕੋਈ ਗੱਲ ਸੁਣੀ ਨਹੀਂ, ਹੈ ਨਾ। ਈਵਨ ਜੋ ਰਾਜ ਸਭਾ 'ਚ ਵੀ ਹੋਇਆ ਉਹ ਵੀ ਬਹੁਤ ਮਾੜਾ ਹੋਇਆ, ਉਹ 'ਚ ਵੀ ਕਿਸੇ ਨੇ ਨਹੀਂ ਸੁਣੀ। ਤਾਂ ਅਲਟੀਮੇਟਲੀ ਅਕਾਲੀ ਦਲ ਨੂੰ ਰੈਜੀਗਨੇਸ਼ਨ ਤੋਂ ਬਿਨਾਂ ਕੋਈ ਰਿਹਾ ਨਹੀਂ, ਪਰ ਰੈਜੀਗਨੇਸ਼ਨ ਲੇਟ ਹੋ ਗਿਆ। ਉਹਨਾਂ ਦਾ ਜਿਹੜਾ ਪੋਲੀਟੀਕਲ ਨੁਕਸਾਨ ਹੋ ਰਿਹਾ ਨਾ, ਉਹਦੀ ਭਰਪਾਈ ਨਹੀਂ ਹੈ। ਅਕਾਲੀ ਦਲ ਦਾ ਇੱਕ ਇਤਿਹਾਸ ਰਿਹਾ ਕਿ ਜਿਵੇਂ ਡੈਮੋਕ੍ਰੇਟਿਕ ਜਾਂ ਲੋਕਾਂ ਲਈ ਲੜਾਈ ਲੜਨ ਦਾ ਇੱਕ ਇਤਿਹਾਸ ਰਿਹਾ। ਜਿਵੇਂ ਐਮਰਜੈਂਸੀ ਦੇ ਵਿੱਚ ਹਰਚੰਦ ਸਿੰਘ ਲੌਂਗੋਵਾਲ ਉਸ ਮੋਰਚੇ ਦੇ ਡਿਕਟੇਟਰ ਸੀਗੇ, ਲੜਾਈ ਲੜੀ ਗਈ। ਅਤੇ ਜੇ ਹੁਣ ਅਕਾਲੀ ਦਲ ਪਿੰਡਾਂ ਦੇ ਵਿੱਚ ਜਾਂਦਾ ਨਹੀਂ ਗਾ, ਕਿਸਾਨਾਂ ਦੀ ਲੜਾਈ ਲੜਦਾ ਨਹੀਂ ਗਾ, ਉਹਨਾਂ ਨੂੰ ਨਹੀਂ ਕਿਸੇ ਨੇ ਪੁੱਛਣਾ। ਇਸ ਲਈ ਮੈਨੂੰ ਇਹ ਲੱਗਦਾ ਆਉਣ ਵਾਲੇ ਦਿਨਾਂ 'ਚ ਇਹ ਅੰਡਰ ਕੰਪਲਸ਼ਨ ਹੋਵੇ। ਅਸਤੀਫਾ ਵੀ ਅੰਡਰ ਕੰਪਲਸ਼ਨ ਹੋਇਆ, ਕੋਈ ਇਹ ਨਹੀਂ ਬੜੀ ਖੁਸ਼ੀ ਨਾਲ ਨਹੀਂ ਦਿੱਤਾ ਗਿਆ। ਜਦੋਂ ਲੋਕ ਸੜਕਾਂ 'ਤੇ ਜੇ ਨਾ ਇੰਨੇ ਕਿਸਾਨ ਆਉਂਦੇ, ਫਿਰ ਅਸਤੀਫਾ ਕਿਸੇ ਨੇ ਨਹੀਂ ਸੀ ਦੇਣਾ। ਜਦੋਂ ਆ ਗਏ, ਬਾਦਲ ਦੇ ਵਿੱਚ ਮੋਰਚਾ ਲੱਗ ਗਿਆ, ਪਟਿਆਲੇ ਪੱਕਾ ਮੋਰਚਾ ਲਾ ਲਿਆ ਉਹਨਾਂ ਨੇ, ਤਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਅਤੇ ਹੁਣ NDA ਵੀ ਛੱਡਣਾ ਪਊਗਾ, ਇਹ ਉਹਨਾਂ ਦੀ ਮਰਜ਼ੀ 'ਤੇ ਨਹੀਂ ਹੈ। ਹਾਲਾਤ ਇਸ ਤਰ੍ਹਾਂ ਦੇ ਹੈ ਜਿਹੜੇ ਉਹਨਾਂ ਲਈ ਹੋਰ ਕੋਈ ਸਕੋਪ ਛੱਡ ਨਹੀਂ ਰਹੇ ਕਿ ਤੁਸੀਂ NDA ਛੱਡੋ, ਪੰਜਾਬ ਦੇ ਲੋਕਾਂ ਨਾਲ ਖੜੇ ਹੋਵੋ। ਅਤੇ ਜੇ ਤਾਂ ਉਹ ਖੜੇ ਹੋ ਜਾਂਦੇ ਹੈ, ਫਿਰ ਤਾਂ ਸੇਵਿੰਗ ਗਰਾਊਂਡ ਹੈਗੀ ਆ ਕਿ ਬਚ ਜਾਣਗੇ, ਪਿੰਡਾਂ ਤੱਕ ਜਾਣਗੇ, ਅਤੇ ਲੋਕਾਂ ਦਾ ਵੀ ਭਲਾ ਹੋ ਜਾਊਗਾ ਉਹਦੇ 'ਚ। ਜੇ ਅਕਾਲੀ ਦਲ ਅਤੇ ਕਾਂਗਰਸ ਸਿੰਸੀਅਰਲੀ ਲੋਕ ਹਿੱਤ ਪੋਲੀਟਿਕਸ ਕਰ ਲੈਣ, ਲੋਕਾਂ ਨਾਲ ਜਾ ਕੇ ਐਜੀਟੇਸ਼ਨ 'ਤੇ ਜਾਮ ਕਰ ਲੈਣ, ਨਾ ਵੜਨ ਦੇਣ ਇਹ ਸਾਰੇ ਕਾਸੇ ਜੋ ਕੁਛ ਹੋ ਰਿਹਾ ਉਹਨੂੰ ਪੰਜਾਬ 'ਚ ਨਾ ਵੜਨ ਦੇਣ, ਤਾਂ ਉਹ ਲੋਕਾਂ ਨੂੰ ਵੀ ਬਚਾ ਲੈਣਗੇ, ਆਪਣੇ ਆਪ ਨੂੰ ਵੀ ਬਚਾ ਲੈਣਗੇ। ਅਤੇ ਇਸ ਲਈ ਅਕਾਲੀ ਦਲ ਕੋਲ ਪਿੰਡਾਂ 'ਚ ਜਾ ਕੇ ਕਿਸਾਨੀ ਨਾਲ ਮੋਬਲਾਈਜੇਸ਼ਨ, ਉਹਦੇ ਨਾਲ ਖੜਨ ਤੋਂ ਸਿਵਾ ਰਸਤਾ ਕੋਈ ਨਹੀਂ ਹੈ। ਪਰ ਲੇਟ ਬਹੁਤ ਹੈ। ਉਹਨਾਂ ਨੇ ਨੁਕਸਾਨ ਕਰਾਉਣ 'ਚ ਇੱਕ ਭੂਮਿਕਾ ਅਦਾ ਕਰਤੀ। ਜਿਹੜਾ ਹੁਣ ਤੱਕ ਉਹ ਕਹਿੰਦੇ ਰਹੇ ਵੀ ਮਿਸਲੀਡ, ਮਿਸਇਨਫੋਰਮੇਸ਼ਨ ਦਿੰਦੇ ਰਹੇ, ਆਹ ਦੇਖੋ ਜੀ MSP ਰਹਿਣੀ ਹੈ, ਫਲਾਣਾ ਰਹਿਣਾ, ਉਹ ਅੱਜ ਦੱਸਣ ਨਾ ਕਿਉਂ ਕਹਿੰਦੇ ਸੀ, ਕਾਹਦੇ ਲਈ ਕਹਿੰਦੇ ਸੀ। ਇੱਕ ਮਤਲਬ ਧੋਖਾ ਹੀ ਸੀ ਨਾ, ਜਾਣਦੇ ਸੀਗੇ ਸਾਰਾ ਕੁਛ, ਜਾਣਦੇ ਹੁੰਦੇ ਵੀ ਸੁਖਬੀਰ ਬਾਦਲ ਹੋਣੀ ਧੋਖਾ ਕਰਦੇ ਰਹੇ। ਹੁਣ ਜਦੋਂ ਉੱਪਰੋਂ ਲੰਘ ਗਿਆ ਪਾਣੀ ਸਾਰਾ ਕੁਛ, ਫਿਰ ਧੋਖਾ ਨਹੀਂ ਕਰ ਸਕਦੇ। ਹੁਣ ਤੁਸੀਂ ਉੱਥੋਂ ਰਿਜ਼ਾਈਨ ਕਰਿਆ ਹੈ, ਹੁਣ ਉਹ ਪੁੱਛਦੇ ਕੋਈ ਨਹੀਂ, ਉਹਨਾਂ ਨੇ NDA ਨੇ ਜਾਣਿਆ ਕੋਈ ਨਹੀਂ, ਉਹਨਾਂ ਨੇ ਪਹਿਲਾਂ ਸ਼ਿਵ ਸੈਨਾ ਨੂੰ ਨਹੀਂ ਜਾਣਿਆ, ਪਹਿਲਾਂ TR ਜਿਹੜੀ ਆਪਣੀ ਆਂਧਰਾ ਦੀ ਸਰਕਾਰ ਚੰਦਰ ਬਾਬੂ ਨਾਇਡੂ ਉਹਨੂੰ ਵੀ ਛੱਡਿਆ। ਉਹਦਾ ਦਾ ਇੱਕ ਹੈ, ਅਤੇ ਉਹਨਾਂ ਨੇ ਇਸ ਲਈ ਪ੍ਰੋ ਪੀਪਲ ਜਿਹੜੀ ਰੋਲ ਹੈ ਨਾ ਅਕਾਲੀ ਦਲ ਨੂੰ, ਇਹ ਸਮੇਂ ਦੀ ਮੰਗ ਹੈ ਅਤੇ ਪੰਜਾਬ ਦੀ ਵੀ ਮੰਗ ਹੈ, ਲੋਕਾਂ ਦੀ ਮੰਗ ਹੈ ਕਿ ਉਹ ਆਪਣਾ ਉਹ ਰੋਲ ਅਦਾ ਕਰੇ ਅਤੇ ਆਪਣੇ ਆਪ ਨੂੰ ਬਚਾ ਸਕਦੇ ਆ। ਅਖੀਰ ਦੇ ਵਿੱਚ ਮੈਂ ਇਹ ਜਾਣਨਾ ਚਾਹੁੰਦਾ ਕਿ ਸਰਕਾਰ ਨੂੰ ਜਿਹੜਾ ਉਹ ਲੋੜ ਕੀ ਪੈ ਗਈ। ਜਿਵੇਂ ਕਿ ਆਪਾਂ ਪਹਿਲਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਕਿ ਕਾਰਪੋਰੇਟ ਘਰਾਣੇ ਹੀ ਨਾਲ ਜਾਂਦੇ ਨੇ ਜਦੋਂ ਬਾਹਰ ਕਿਤੇ ਸਮਝੌਤੇ ਕਰਨ ਜਾਂਦੇ ਨੇ, ਜਾਂ ਕੋਈ ਵੀ ਗੱਲਬਾਤ ਕਿਤੇ ਵੀ ਹੁੰਦੀ ਹੈ, ਕਿਤੇ ਵੀ ਸਰਕਾਰਾਂ ਇੱਕ ਦੂਜੇ ਨਾਲ ਫੈਸਲੇ ਕਰਦੀਆਂ ਨੇ, ਤਾਂ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਜਾਂ ਇਹੋ ਜਿਹੀਆਂ ਧਿਰਾਂ ਨੂੰ ਨਹੀਂ ਲਿਆ ਜਾਂਦਾ ਕਿ ਉਹਨਾਂ ਦੀ ਸਹਿਮਤੀ ਲਈ ਜਾਵੇ। ਲੋੜ ਤਾਂ ਨਹੀਂ ਸੀ, ਜਿਹੜੀ ਚੀਜ਼ ਦੀ ਲੋੜ ਹੈ, ਜਿਹਦੇ ਪਿੱਛੇ ਧਰਨੇ ਪ੍ਰਦਰਸ਼ਨ ਹੁੰਦੇ ਨੇ, ਸਰਕਾਰ ਉਹ ਚੀਜ਼ ਦਿੰਦੀ ਨਹੀਂ, ਪਰ ਇਹ ਬਿਨਾਂ ਮੰਗਿਆ ਦਿੱਤੀ ਜਾ ਰਹੀ ਹੈ। ਦੇਖੋ, ਜਿਹੜੀ ਤਾਂ ਲੋਕ ਮੰਗਦੇ ਆ, ਜੋ ਕੁਛ ਜਿਹਦੇ ਲਈ ਸੰਘਰਸ਼ ਕਰ ਰਿਹਾ ਹੈ, ਉਹ ਰੁਜ਼ਗਾਰ ਮੰਗ ਰਿਹਾ, ਨਹੀਂ ਮਿਲ ਰਿਹਾ,
ਉਹ ਸਿਹਤ ਸਹੂਲਤਾਂ ਮੰਗ ਰਹੇ ਆ, ਉਹ ਨਹੀਂ ਮਰ ਰਹੇ ਆ ਲੋਕ, ਉਹ ਨਹੀਂ ਮਿਲ ਰਹੀਆਂ। ਉਹ ਸਿੱਖਿਆ ਮੰਗ ਰਿਹਾ, ਸਾਨੂੰ ਫ੍ਰੀ ਸਿੱਖਿਆ ਦੇ ਦਿਓ, ਚੱਜ ਦੀ ਸਿੱਖਿਆ ਦੇ ਦਿਓ, ਉਹ ਨਹੀਂ ਮਿਲ ਰਹੀ। ਉਹ ਮਿਨੀਮਮ ਵੇਜਸ ਮੰਗ ਰਹੇ ਆ ਵੀ ਸਾਨੂੰ 25,000 ਘੱਟੋ ਘੱਟ ਇੱਕ ਮਹੀਨੇ ਦੀ ਤਨਖਾਹ ਮਿਲਣੀ, ਉਹਦੀ 18,000 ਵੀ ਨਹੀਂ ਕਰੀ ਜਾ ਰਹੀ। ਉਹ ਮੰਗਦੇ ਆ ਕਿ ਸਾਨੂੰ ਪੀਣ ਵਾਲਾ ਪਾਣੀ ਦੇ ਦਿਓ, ਇੱਥੇ ਨਹੀਂ ਮਿਲ ਰਿਹਾ, ਉਹਦੀ ਕੋਈ ਪ੍ਰੋਵੀਜ਼ਨ ਨਹੀਂ ਹੋ ਰਹੀ। ਜਿਹੜੇ ਇਹ ਆਰਡੀਨੈਂਸ ਪਾਸ ਕੀਤੇ ਆ, ਕਿਹੜੀ ਕਿਸਾਨ ਯੂਨੀਅਨ ਨੇ ਮੰਗ ਕੀਤੀ ਸੀਗੀ? ਕਿਸਾਨਾਂ ਦੀਆਂ ਯੂਨੀਅਨ ਨੇ, ਕਿਸਾਨ ਹਿੱਤਾਂ ਲਈ ਹੈਗੀਆਂ, ਕਿਸਾਨ ਹਿੱਤਾਂ ਲਈ ਲੋਕ ਨੇ। ਉਹ ਮੈਨੂੰ ਇਹ ਦੱਸੋ ਵੀ ਇਹ ਕਿੱਥੋਂ ਮੰਗ ਉੱਠੀ ਵੀ ਇਹ ਮੰਗੀ ਗਈ ਹੋਵੇ? ਸੋ ਲੋਕ ਮੰਗ ਰਿਹਾ ਤੁਸੀਂ ਸਾਡੇ ਕਰਜ਼ੇ ਮਾਫ ਕਰ ਦਿਓ, ਕਿਸਾਨ ਤਾਂ ਇਹ ਮੰਗ ਰਿਹਾ। ਕਿਸਾਨ ਇਹ ਮੰਗ ਰਿਹਾ ਕਿ ਸਾਡੀ ਤੁਸੀਂ ਫਸਲ ਚੱਕੋ ਮਿਨੀਮਮ ਸਪੋਰਟ ਪ੍ਰਾਈਸ 'ਤੇ। ਜਿਹੜੀ ਸਵਾਮੀਨਾਥਨ ਰਿਪੋਰਟ ਹੈ C2 'ਤੇ 150% ਫਿਕਸ ਕਰੋ। ਕਿਸਾਨ ਤਾਂ ਉਹ ਮੰਗ ਰਿਹਾ, ਉਹ ਤਾਂ ਕਰਜ਼ਾ ਮਾਫੀ ਮੰਗ ਰਿਹਾ, ਉਹ ਤਾਂ ਵਿਆਜ ਦੀ ਮਾਫੀ ਮੰਗ ਰਿਹਾ। ਉਹ ਤਾਂ ਤੁਸੀਂ ਉਹਨਾਂ ਨੂੰ ਦਿੱਤੀ ਨਹੀਂ। ਜਿਹੜੀ ਚੀਜ਼ ਉਹਨਾਂ ਨੇ ਮੰਗੀ ਨਹੀਂ, ਉਹ ਉਹਨਾਂ ਦੇ ਉੱਤੇ ਤੁਸੀਂ ਮੜਤੀ, ਥੋਪਤੀ। ਸੋ ਇਸ ਲਈ ਈਵਨ ਬਾਕੀ ਦੇ ਸੈਕਸ਼ਨਾਂ ਨਾਲ ਵੀ ਉਹੀ ਹੋ ਰਿਹਾ ਵੀ ਲੋਕ ਰੁਜ਼ਗਾਰ ਮੰਗ ਰਿਹਾ, ਉਹਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਉਹਨੂੰ ਕੁਝ ਹੋਰ ਮਿਲ ਰਿਹਾ। ਸੋ ਇਸ ਲਈ ਜੇ ਤੁਸੀਂ ਕਹੋ, ਇੱਕ ਗੱਲ ਇਹ ਵੀ ਉੱਠਦੀ ਹੈ, ਜਿਵੇਂ ਪੰਜਾਬ ਦੇ ਸੰਦਰਭ ਵਿੱਚ ਮੈਂ ਕਹਾਂ, ਜਿਹੜੀ ਸਿੱਖਿਆ ਦੇ ਹਾਲਤ ਨੇ, ਮੈਡੀਕਲ ਸਹੂਲਤਾਂ ਦੀ ਹਾਲਤ ਹੈ, ਉਹ ਬਹੁਤ ਬੁਰੀ ਹੈ। ਜਿਹੜੀ ਪੀਣ ਵਾਲੇ ਪਾਣੀ ਦੀ ਹਾਲਤ ਹੈ, ਉਹ ਵੀ ਬਹੁਤ ਬੁਰੀ ਹੈ। ਸਾਡੇ ਕੋਲ ਪੈਸੇ ਦੀ ਨਹੀਂ ਕਮੀ, ਜਾਂ ਅਸੀਂ ਜਿਹੜੇ ਕਰਪਟ ਹੈ, ਬੇਈਮਾਨ ਹੈ, ਕਰਪਸ਼ਨ ਬਹੁਤ ਹੈ ਇੱਥੇ। ਮਾਫੀਆ, ਜਿਹੜਾ ਰੇਤ ਮਾਫੀਆ, ਲੈਂਡ ਮਾਫੀਆ, ਲਿਕਰ ਮਾਫੀਆ, ਸਾਰਾ ਕੁਝ ਬਣਿਆ ਵਾ। ਸੋ ਅਸੀਂ ਜਿਹੜਾ ਲੋਕ ਮੰਗਦੇ ਆ ਨਾ, ਅਸੀਂ ਉਹਨੂੰ ਤਾਂ ਦਿੰਦੇ ਨਹੀਂ। ਫਿਰ ਕਹਿੰਦੇ ਸਰਕਾਰ ਕੋਲ ਪੈਸੇ ਨਹੀਂ। ਪੈਸੇ ਦੀ ਕੋਈ ਕਮੀ ਨਹੀਂ ਹੈ, ਇਹ ਬੰਦ ਕਰ ਦਿਓ, ਪੈਸਾ ਆ ਜਾਊਗਾ। ਤੁਸੀਂ ਇਕੱਲੀ ਸ਼ਰਾਬ ਦੀ ਜਿਹੜੀ ਨਜਾਇਜ਼ ਬੰਦ ਕਰ ਦਿਓ ਨਾ, ਉਹ ਤੁਹਾਨੂੰ 12,000-13,000 ਕਰੋੜ ਰੁਪਈਆ ਮਿਲ ਸਕਦਾ। ਉਹਨੂੰ ਤੁਸੀਂ ਐਜੂਕੇਸ਼ਨ ਸਿਸਟਮ ਵਧੀਆ ਚਲਾ ਸਕਦੇ ਹੋ, ਮੈਡੀਕਲ। ਸਿਆਸੀ ਇੱਛਾ ਸ਼ਕਤੀ ਦੀ ਘਾਟ ਹੈ, ਇਮਾਨਦਾਰ ਲੀਡਰਸ਼ਿਪ ਦੀ ਘਾਟ ਹੈ। ਅਖੀਰ 'ਚ ਮੇਰੇ ਜ਼ਿਹਨ ਵਿੱਚ ਇੱਕ ਸਵਾਲ ਆ ਰਿਹਾ ਸੀ ਕਿ ਅਸੀਂ ਜਦੋਂ ਅੱਜ ਸੜਕਾਂ 'ਤੇ ਹੁੰਦੇ ਆਏ ਤਾਂ ਉੱਥੇ ਲੋਕਾਂ ਨੂੰ ਮੇਰੇ ਹਿਸਾਬ ਨਾਲ ਇੱਦਾਂ ਲੱਗਦਾ ਹੋਣਾ, ਸ਼ਹਿਰ ਵਾਲਿਆਂ ਨੂੰ, ਕਿ ਪਤਾ ਨਹੀਂ ਕਿੱਥੋਂ ਪੇਂਡੂ ਤੁਰੇ ਫਿਰਦੇ ਨੇ, ਆ ਕੇ ਇੱਥੇ ਧਰਨਾ ਲਾਇਆ, ਰੌਲਾ ਰੱਪਾ ਪਾਈ ਜਾਂਦੇ ਨੇ। ਸ਼ਹਿਰੀਆਂ ਨੂੰ ਵੀ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜੇਕਰ ਕਿਸਾਨੀ ਦਾ ਨੁਕਸਾਨ ਹੁੰਦਾ ਤਾਂ ਸ਼ਹਿਰੀਆਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਹੋਣਾ ਉਹ ਕਿੱਦਾਂ ਹੋਏਗਾ, ਇਹ ਵੀ ਦੱਸ ਦਿਓ ਅਖੀਰ 'ਚ। ਦੇਖੋ, ਜੇ ਪੇਂਡੂ ਅਰਥ ਵਿਵਸਥਾ ਖਤਮ ਹੁੰਦੀ ਹੈ, ਜੇ ਕਿਸਾਨੀ ਖਤਮ ਹੁੰਦੀ ਹੈ, ਉਹਦੇ ਨਾਲ ਖੇਤ ਮਜ਼ਦੂਰ ਵੀ ਖਤਮ ਹੁੰਦਾ, ਉਹਦੇ ਨਾਲ ਕਾਰੀਗਰ ਵੀ ਖਤਮ ਹੁੰਦਾ, ਉਹਦੇ ਨਾਲ ਆੜਤੀਆ ਵੀ ਖਤਮ ਹੁੰਦਾ, ਉਹਦੇ ਨਾਲ ਛੋਟਾ ਦੁਕਾਨਦਾਰ ਵੀ ਖਤਮ ਹੁੰਦਾ। ਇਹ ਸਾਰਾ ਇੱਕੋ ਹੀ ਕੜੀ ਦਾ ਹਿੱਸਾ। ਇਹ ਜੇ ਤੁਸੀਂ ਉੱਥੋਂ ਕਹੋ ਵੀ ਕਿਸਾਨ ਖਤਮ ਹੋ ਜਾਊਗਾ ਤੇ ਛੋਟਾ ਵਪਾਰੀ ਬਚ ਜਾਊਗਾ, ਉੱਥੇ ਨਹੀਂ ਬਚਦਾ। ਜੇ ਉਹ ਨਹੀਂ ਰਿਹਾ, ਫਿਰ ਜੋ ਕੁਝ ਮਹਿੰਗਾ ਵਿਕੂਗਾ ਉਹ ਆ ਕੇ ਇੱਥੇ ਵਿਕੇਗਾ, ਸ਼ਹਿਰ 'ਚ ਵੀ। ਫਿਰ ਸਾਨੂੰ ਸਬਜ਼ੀਆਂ ਦੀ ਵੀ ਲੋੜ ਹੈ, ਸਾਨੂੰ ਦੁੱਧ ਦੀ ਵੀ ਲੋੜ ਹੈ, ਸਾਨੂੰ ਦਹੀਂ ਦੀ ਵੀ ਲੋੜ ਹੈ। ਫਿਰ ਸ਼ਹਿਰੀ ਵੀ ਮਹਿੰਗਾ ਖਰੀਦਣਗੇ, ਪਹਿਲੀ ਗੱਲ। ਦੂਜੀ ਗੱਲ, ਜਿਵੇਂ ਲੋਕ ਫਿਰ ਸ਼ਹਿਰ 'ਚ ਆ ਰਹੇ ਆ ਰੁਜ਼ਗਾਰ ਲੱਭਣ ਲਈ, ਕਰੋੜਾਂ ਦੀ ਗਿਣਤੀ 'ਚ ਲਾਕਡਾਊਨ 'ਚ ਜਿਹੜੇ ਮਜ਼ਦੂਰ ਪਿੰਡਾਂ ਨੂੰ ਵਾਪਸ ਗਏ, ਜੇ ਉਹ ਪਿੰਡਾਂ ਤੋਂ ਸ਼ਹਿਰਾਂ 'ਚ ਆ ਗਏ, ਸ਼ਹਿਰਾਂ 'ਚ ਪਹਿਲਾਂ ਹੀ ਰੁਜ਼ਗਾਰ ਹੈ ਨਹੀਂ, ਅਤੇ ਉਹ ਕਿੱਥੇ ਆਉਣਗੇ? ਫਿਰ ਸਲਮ ਏਰੀਆ ਡਿਵੈਲਪ ਕਰੋਗੇ, ਫਿਰ ਜਾਂ ਤਾਂ ਕ੍ਰਾਈਮ ਵਧੂਗਾ, ਲੋਕ ਕ੍ਰਿਮੀਨਲ ਹੋਣਗੇ, ਉਹ ਲੋਕ ਗਲਤ ਕੰਮ ਕਰਨਗੇ, ਸਲਮ ਏਰੀਆ ਬਣੂਗਾ, ਰੁਜ਼ਗਾਰ ਦੇਣ ਲਈ ਤਾਂ ਹੈ ਨਹੀਂ ਤੁਹਾਡੇ ਕੋਲ। ਫਿਰ ਉਹਦੇ ਨਾਲ ਜਿਹੜੀ ਇੱਕ ਸਮਾਜਿਕ ਅਸ਼ਾਂਤੀ ਫੈਲਣੀ ਹੈ ਨਾ, ਜਿਹੜਾ ਇੱਕ ਮਾੜਾ ਪੱਖ ਉਹਦਾ ਡਿਵੈਲਪ ਹੋਣਾ, ਜਿਹਦੇ ਨਾਲ ਘਰਾਂ ਦੇ ਘਰ ਬਰਬਾਦ ਹੁੰਦੇ ਆ, ਸਰਕਾਰਾਂ ਨੂੰ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ। ਕਿਉਂ ਸਰਕਾਰ ਨੂੰ ਕੀ ਆ, ਉਹਦਾ ਜੀ ਲਾਅ ਐਂਡ ਆਰਡਰ ਆ, ਪੁਲਿਸ ਕੇਸ ਬਣਾਓ, ਫੈਮਿਲੀ ਬਰਬਾਦ ਕਰ ਦਿਓ। ਲੇਕਿਨ ਸ਼ਹਿਰੀ ਜਿਹੜੇ ਲੋਕ ਆ, ਜਿਹੜੇ ਸ਼ਹਿਰਾਂ 'ਚ ਵੱਸਦੇ ਆ, ਉਹਨਾਂ ਲਈ ਫਿਰ ਇਹ ਟਰਬਲ ਮੇਕਰ ਹੋਊਗਾ। ਫਿਰ ਉੱਥੇ ਪ੍ਰੋਬਲਮ ਤਾਂ ਖੜੀ ਹੋਣੀ। ਜੇ ਪਿੰਡਾਂ 'ਚ ਸਮੱਸਿਆ ਖੜੀ ਹੁੰਦੀ ਹੈ ਤਾਂ ਸ਼ਹਿਰ ਨਹੀਂ ਬਚ ਸਕਦੇ। ਅੱਜ ਵੀ ਜੇ ਹੁਣ ਕਿਸਾਨ ਸ਼ਹਿਰਾਂ ਨੂੰ ਸਪਲਾਈ ਬੰਦ ਕਰ ਦੇਣ, ਹੈ ਨਾ ਜੀ, ਲਾਕਡਾਊਨ 'ਚ ਹੋਇਆ ਸੀ, ਉਦੋਂ ਮੈਂ ਦੇਖਿਆ ਲੋਕ ਦੁੱਧ ਨੂੰ ਕਿਵੇਂ ਸੀਗੇ ਵੀ ਦੁੱਧ ਆਉਣਾ ਕਿ ਨਹੀਂ ਆਉਣਾ। ਸੋ ਇਹ ਇੱਕ ਦੂਜੇ 'ਤੇ ਨਿਰਭਰ ਕਰਦੇ ਆ, ਸ਼ਹਿਰ ਅਤੇ ਪਿੰਡ। ਅਤੇ ਜੇ ਇੱਕ ਦੂਜੇ 'ਤੇ ਨਿਰਭਰਤਾ, ਜੇ ਇੱਕ ਪੇਂਡੂ ਜਿਹੜੀ ਵਿਵਸਥਾ ਖਤਮ ਹੋ ਰਹੀ ਹੈ ਤਾਂ ਉਹਦਾ ਅਸਰ ਪੱਕੇ ਤੌਰ 'ਤੇ ਸ਼ਹਿਰਾਂ 'ਤੇ ਹੋਣਾ। ਸ਼ਹਿਰਾਂ ਨੂੰ ਤੁਸੀਂ ਵੱਖਰਾ ਨਹੀਂ ਕਰ ਸਕਦੇ। ਜੀ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਸਾਡੇ ਨਾਲ ਮੌਜੂਦ ਸਨ ਪ੍ਰੋਫੈਸਰ ਬਲਵਿੰਦਰ ਸਿੰਘ ਟਵਾਣਾ, ਉੱਘੇ ਅਰਥ ਸ਼ਾਸਤਰੀ ਨੇ। ਬੜੇ ਵਿਸਥਾਰ ਨਾਲ ਦੱਸਿਆ ਕਿ ਨੁਕਸਾਨ ਕਿੱਥੇ ਹੋਣਾ ਹੈ, ਕਿਸਾਨਾਂ ਦਾ ਕਿਵੇਂ ਹੋਣਾ ਹੈ। ਅੱਗੋਂ ਸ਼ਹਿਰੀਆਂ ਨੂੰ ਇਹ ਨਾ ਸੋਚਣ ਕਿ ਇਕੱਲਾ ਪੇਂਡੂ ਤਬਕੇ ਨੂੰ ਨੁਕਸਾਨ ਹੋਣਾ ਹੈ, ਤੇ ਪਿੰਡਾਂ ਦਾ ਅਸਰ ਜਿਹੜਾ ਉਹ ਸ਼ਹਿਰਾਂ ਦੇ ਵਿੱਚ ਵੀ ਹੋਣਾ ਲਾਜ਼ਮੀ ਹੈ। ਸੋ ਜ਼ਰੂਰੀ ਹੈ ਕਿ ਇਸ ਦੇ ਬਾਰੇ ਜਾਗਰੂਕ ਹੋਵੋ। ਖੇਤੀ ਆਰਡੀਨੈਂਸ ਦੇ ਖਿਲਾਫ ਜਿਹੜਾ ਉਹ ਡਟ ਕੇ ਜਿਹੜਾ ਵਿਰੋਧ ਕਰਨਾ ਚਾਹੀਦਾ ਸਰਕਾਰਾਂ ਦਾ। ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਲੋਕ ਇਕਜੁੱਟ ਨੇ ਤੇ ਇਹਨਾਂ ਆਰਡੀਨੈਂਸਾਂ ਨੂੰ ਜਿਹੜਾ ਉਹ ਵਾਪਸ
ਲੈਣਾ ਪਵੇਗਾ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ, ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਰੱਖ ਸਕਦੇ ਹੋ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।